नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम इमिग्रेशन मैटर्स ਵਿੱਚ ਮੈਂ ਹਾਂ ਰਣਜੀਤ ਕੌਰ ਹਾਸਰਾ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਸੋ ਤੁਹਾਡਾ ਕੋਈ ਸਵਾਲ ਆ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੈਂਡੈਮਿਕ ਦੇ ਚਲਦਿਆਂ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ। ਕਾਫੀ ਅਜਿਹੀਆਂ ਕੇਸਿਸ ਸਨ ਜਿਨ੍ਹਾਂ ਨੂੰ ਕਿ ਇਸ ਵਕਤ ਸੈਕੰਡ ਨੰਬਰ ਤੇ ਰੱਖਿਆ ਗਿਆ, ਪ੍ਰੀਓਰਿਟੀ ਕੇਸਿਸ ਜਿਹੜੀਆਂ ਕਿਸੇ ਹੋਰ ਨੂੰ ਦਿੱਤੀਆਂ ਗਈਆਂ ਨੇ। ਅਜਿਹੇ ਵਿੱਚ ਬਾਰ-ਬਾਰ ਅਸੀਂ ਦੇਖਿਆ ਕੁਝ ਕੇਸਿਸ ਨੂੰ ਲੈ ਕੇ ਪ੍ਰੋਟੈਸਟ ਵੀ ਹੋਏ ਨੇ, ਚਾਹੇ ਉਹ ਸਪਾਊਸਲ ਵੀਜ਼ਾ ਹੋਵੇ, ਚਾਹੇ ਉਹ ਅਸੀਂ ਗੱਲ ਕਰ ਲਈਏ ਇਸ ਵਕਤ ਰਿਫਿਊਜੀ ਕੇਸਿਸ ਹੋਣ। ਸੋ ਇਸ ਵਕਤ ਸਰਕਾਰ ਕਿਹੜੀ ਕੈਟਾਗਰੀਜ਼ ਤੇ ਜਿਹੜੇ ਵੀਜ਼ਾਸ ਨੇ ਉਹ ਛੇਤੀ ਅਪਲਾਈ ਕਰ ਰਹੀ ਆ ਜਾਂ ਜਿਨ੍ਹਾਂ ਦੇ ਉੱਤੇ ਛੇਤੀ ਕੰਮ ਕੀਤਾ ਜਾ ਰਿਹਾ, ਕਿਹੜੀਆਂ-ਕਿਹੜੀਆਂ ਕੈਟਾਗਰੀਜ਼ ਨੇ, ਇਹਨਾਂ ਸਾਰੇ ਸਵਾਲਾਂ ਦੇ ਅਸੀਂ ਜਵਾਬ ਲੈ ਕੇ ਹਾਜ਼ਰ ਹਾਂ। ਖਾਸ ਤੌਰ ਤੇ ਨੈਨੀਜ਼ ਦੇ ਬਾਰੇ ਵਿੱਚ ਸਾਨੂੰ ਬਹੁਤ ਸਾਰਾ ਕੁਆਰੀਜ਼ ਆ ਰਹੀਆਂ ਨੇ ਕਿ ਨੈਨੀਜ਼ ਦੀਆਂ ਫਾਈਲਸ ਪਿਕ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ, ਜਾਂ ਕਦੋਂ ਫਾਈਲ ਨੰਬਰ ਕਿੰਨੀ ਦੇਰ ਤੱਕ ਪ੍ਰੋਵਾਈਡ ਕਰਵਾਇਆ ਜਾ ਰਿਹਾ। ਅਜਿਹੇ ਸਾਰੇ ਸਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਅਪਡੇਟ ਆਈ ਉਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਗਲੋਬਲ ਵਿਲੇਜ ਇਮੀਗ੍ਰੇਸ਼ਨ ਤੋਂ ਮਿਸਟਰ ਬਹੁਤ-ਬਹੁਤ ਸਵਾਗਤ ਹੈ ਸਰ ਹਰਮਨਜੋਤ ਸੋਢੀ ਜੀ। ਹਾਂਜੀ ਹਮਦਰਦ ਦੇ ਸਾਰੇ ਦਰਸ਼ਕਾਂ ਨੂੰ ਹਰਮਨਜੋਤ ਸੋਢੀ ਵੱਲੋਂ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਜੀ। ਕੀ ਹਾਲ ਚਾਲ ਨੇ ਸਰ? ਚੰਗਾ। ਕਾਫੀ ਟਾਈਮ ਬਾਅਦ ਮਿਲ ਰਿਹਾ। ਪੈਂਡੈਮਿਕ ਨੇ ਕਾਫੀ ਕੁਝ ਪ੍ਰਭਾਵਿਤ ਕੀਤਾ। ਅਸੀਂ ਰੋਜ਼ ਦੇਖ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਨਵੀਆਂ ਅਪਡੇਸ਼ਨਸ ਸਾਹਮਣੇ ਆ ਰਹੀਆਂ ਨੇ। ਪਹਿਲਾਂ ਅਸੀਂ ਸੋਚਿਆ ਸੀ ਪੈਂਡੈਮਿਕ ਤੋਂ ਬਾਅਦ ਸ਼ਾਇਦ ਸਰਕਾਰ ਕੁਝ ਸਮੇਂ ਲਈ ਇਮੀਗ੍ਰੈਂਟਸ ਦੇ ਉੱਤੇ ਰੋਕ ਲਗਾ ਦੇਗੀ, ਪਰ ਜਿਵੇਂ ਲੇਟੈਸਟ ਅੰਕੜੇ ਸਾਹਮਣੇ ਆਏ ਨੇ, ਇਹਨਾਂ ਨੇ ਕਿਹਾ ਹੈ ਕਿ ਪਿਛਲੇ ਅਗਲੇ 3 ਸਾਲਾਂ ਦੇ ਵਿੱਚ ਮਿਲੀਅਨਸ ਆਫ ਜਿਹੜੇ ਇਮੀਗ੍ਰੈਂਟਸ ਨੂੰ ਬੁਲਾਇਆ ਜਾਏਗਾ। ਸੋ ਹੁਣ ਅਸੀਂ ਤਾਜ਼ਾ ਇਸ ਵਕਤ ਗੱਲ ਕਰੀਏ ਸਭ ਤੋਂ ਪਹਿਲਾਂ ਨੈਨੀਜ਼ ਦੀਆਂ ਫਾਈਲਸ ਨੂੰ ਲੈ ਕੇ ਸਾਨੂੰ ਬਹੁਤ ਜ਼ਿਆਦਾ ਕੁਆਰੀਜ਼ ਆ ਰਹੀਆਂ ਨੇ ਕਿ ਨੈਨੀ ਦੀਆਂ ਫਾਈਲਸ ਦੀ ਪ੍ਰੋਸੈਸਿੰਗ ਹੋ ਰਹੀ ਹੈ? ਨਹੀਂ ਹੋ ਰਹੀ ਹੈ। ਬਸ ਇਹ ਦੇਖੋ ਕਿ ਪੈਂਡੈਮਿਕ ਦੇ ਚਲਦੇ ਹੋਏ ਥੋੜਾ ਜਿਹਾ ਜਿਹੜਾ ਪ੍ਰੋਸੈਸ ਆ ਥੋੜਾ ਸਲੋ ਜ਼ਰੂਰ ਹੋਇਆ। ਜਿਹੜੀ ਕਿ ਪਹਿਲਾਂ ਆਪਾਂ ਜਦੋਂ ਕੇਸ ਅਪਲਾਈ ਕਰਦੇ ਸੀ ਤੇ ਸਾਨੂੰ 4 ਮਹੀਨੇ ਬਾਅਦ ਫਾਈਲ ਨੰਬਰ ਆ ਜਾਇਆ ਕਰਦਾ ਸੀ, ਹੁਣ ਉਹਨੂੰ ਕੋਈ 7 ਮਹੀਨੇ ਲੱਗ ਰਹੇ। ਥੋੜਾ ਜਿਹਾ ਪ੍ਰੋਸੀਜਰ ਕੋਈ ਥੋੜਾ ਜਿਹਾ ਫਰਕ ਤਾਂ ਜ਼ਰੂਰ ਪਿਆ ਕਿਉਂਕਿ ਜਿਹੜੇ ਆਫਿਸਰਸ ਹੈਗੇ ਉਹ ਫਿਰ ਆਪਣੇ ਘਰਾਂ ਤੋਂ ਹੀ ਕੰਮ ਕਰ ਰਹੇ ਹਨ। ਸੋ ਇਹਦੇ ਕਰਕੇ ਇਹ ਮੈਂ ਇੱਕ ਇਮੀਗ੍ਰੇਸ਼ਨ ਨੂੰ ਚਿੱਠੀ ਲਿਖ ਕੇ ਵੀ ਪੁੱਛਿਆ ਸੀ ਵੀ ਇੰਨਾ ਸਮਾਂ ਕਿਉਂ ਲੱਗ ਰਿਹਾ। ਉਹ ਕਹਿੰਦੇ ਆਹਿਸਤਾ ਆਹਿਸਤਾ ਅਸੀਂ ਵਾਪਸ ਆ ਰਹੇ ਹਾਂ ਆਪਣੇ ਕੰਮਾਂ ਕਾਰਾਂ ਤੇ ਹੁਣ ਅੱਗੇ ਤੋਂ ਜਿਹੜਾ ਪ੍ਰੋਸੀਜਰ ਜਿਹੜਾ ਪ੍ਰੋਸੈਸ ਜਿਹੜਾ ਹੈਗਾ ਫਾਈਲ ਨੰਬਰ ਓਬਟੇਨ ਕਰਨ ਦਾ, ਜਦੋਂ ਇੱਕ ਵਾਰੀ ਕੇਸ ਲੱਗ ਜਾਂਦਾ ਹੈ ਉਹ ਹੁਣ ਅੱਗੇ ਤੋਂ ਘੱਟ ਹੋ ਜਾਇਆ ਕਰੇਗਾ। ਅਜੇ 7 ਮਹੀਨੇ ਹੋ ਗਿਆ ਕਿਉਂਕਿ ਟੋਟਲ ਜਿਹੜਾ ਪ੍ਰੋਸੀਜਰ ਗਵਰਨਮੈਂਟ ਨੇ ਕਿਹਾ ਕਿ ਇਹ ਜਿਹੜਾ ਨੈਨੀ ਪ੍ਰੋਗਰਾਮ ਦੀ ਜਿਹੜੀ ਫਾਈਲ ਜਿਹੜਾ ਫਾਈਨਲਾਈਜ਼ ਜਿਹੜੀ ਹੋਏਗੀ ਉਹ 1 ਸਾਲ ਦੇ ਵਿੱਚ ਹੋਏਗੀ। ਚਲੋ 1 ਸਾਲ ਨਾ ਹੋਈ ਤੇ 1 ਸਾਲ 4 ਮਹੀਨੇ 'ਚ ਹੋ ਜਾਏਗੀ। ਇੱਕ ਵਾਰ ਤੁਹਾਡੀ ਜਿਹੜਾ ਪੇਮੈਂਟਸ ਗਈਆਂ ਹੋਈਆਂ ਹਨ ਕਿਉਂਕਿ ਵਰਕ ਪਰਮਿਟ ਤੇ ਪਰਮਾਨੈਂਟ ਰੈਜ਼ੀਡੈਂਸੀ ਦੀ ਇਕੱਠੀ ਹੀ ਐਪਲੀਕੇਸ਼ਨ ਲੱਗਦੀ ਹੈ। ਜੇ ਉਹਨਾਂ ਨੇ ਅਪ ਟੂ 1 ਈਅਰ ਕਿਹਾ ਕਿ ਅਪ ਟੂ 1 ਈਅਰ ਨਾ ਹੋ ਕੇ 1 ਸਾਲ 4 ਮਹੀਨੇ ਵੀ ਹੋ ਗਏ ਤਾਂ ਵੀ ਇਹ ਪ੍ਰੋਗਰਾਮ ਬਹੁਤ ਚੰਗਾ ਹੈ। ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਜਿਹੜਾ ਪ੍ਰੋਸੈਸ ਹੈਗਾ ਇਹਦੇ ਵਿੱਚ ਕਿ ਜਿਵੇਂ ਨੈਨੀ ਦਾ ਇਹਨਾਂ ਦਾ ਨਾਮ ਹੈਗਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਤੇ ਹੋਮ ਸਪੋਰਟ ਵਰਕਰ। ਜਿਵੇਂ ਹੋਮ ਸਪੋਰਟ ਵਰਕਰ ਤੋਂ ਆਪਾਂ ਕਹੀਏ ਕੇਅਰ ਗਿਵਰ, ਬੁੱਢਿਆਂ ਨੂੰ ਬਜ਼ੁਰਗਾਂ ਨੂੰ ਸਾਂਭਣ ਵਾਸਤੇ ਇਹ ਪ੍ਰੋਗਰਾਮ ਹੋਇਆ ਜੀ। ਬਿਲਕੁਲ। ਮੈਂ ਨੈਨੀ ਦੀ ਗੱਲ ਕਰਾਂ, ਤੁਸੀਂ ਜਿਵੇਂ ਅੱਗੇ ਵੀ ਆਪਾਂ ਗੱਲਬਾਤ ਕੀਤੀ ਆ, ਬਹੁਤ ਸਾਰੇ ਦਰਸ਼ਕ ਤੁਹਾਡੇ ਬਾਰੇ ਬਹੁਤ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਨੇ। ਸਭ ਤੋਂ ਪਹਿਲਾਂ ਸਾਨੂੰ ਇਹ ਜ਼ਰੂਰ ਦੱਸ ਦਿਓ ਕਿ ਕਿਹੜੀਆਂ ਸਰਵਿਸਿਜ਼ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ? ਹਾਂਜੀ ਬਿਲਕੁਲ। ਜਿਹੜੀਆਂ ਮੇਰੀਆਂ ਮੈਂ ਸਰਵਿਸਿਜ਼ ਇਮੀਗ੍ਰੇਸ਼ਨ ਦੇ ਸਾਰੇ ਮਸਲਿਆਂ 'ਚ ਮੈਂ ਮਦਦ ਕਰਦਾ, ਜਿਵੇਂ ਕਿ ਸਪਾਊਸਲ ਸਪਾਂਸਰਸ਼ਿਪ, ਟੈਂਪਰੇਰੀ ਰੈਜ਼ੀਡੈਂਟ ਵੀਜ਼ਾਸ, ਵਰਕ ਪਰਮਿਟ, LMIA ਜਾਂ ਫੈਡਰਲ ਸਕਿੱਲ ਵਰਕਰ, ਫੈਡਰਲ ਸਕਿੱਲ ਟ੍ਰੇਡ ਵਰਕਰ, ਕੈਨੇਡਾ ਐਕਸਪੀਰੀਅੰਸ ਕਲਾਸ ਸਟੂਡੈਂਟਸ ਵਾਸਤੇ ਮੈਂ ਬਹੁਤ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰਦਾ। ਈਵਨ ਫਿਊ ਰਿਫਿਊਜੀ ਕੇਸਿਸ ਵੀ ਮੈਂ ਅਪਲਾਈ ਕੀਤੇ ਹਨ। ਸੋ ਸਾਰੀਆਂ ਇਮੀਗ੍ਰੇਸ਼ਨ ਦੀਆਂ ਸਰਵਿਸ ਪ੍ਰੋਵਾਈਡ ਕਰਦਾ, ਪਰ ਪ੍ਰਾਇਮਰੀਲੀ ਜੋ ਮੈਂ ਕਰਦਾ ਉਹ ਨੈਨੀ ਮੇਰਾ ਜਿਹੜਾ ਥੋੜਾ ਉਹਦੀ ਮਹਰਤਾ ਹਾਸਲ ਹੈ ਮੇਰੀ। ਜੀ ਬਿਲਕੁਲ ਸਰ, ਅਸੀਂ ਨੈਨੀ ਦੀ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਕੇ ਉਹਨਾਂ ਦਾ ਸਵਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਪਲੀਜ਼ ਥੋੜਾ ਜਿਹਾ ਘੱਟ ਕਰ ਦਿਓ। ਓਕੇ ਜੀ, ਓਕੇ ਜੀ। ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਸਰੀ ਤੋਂ। ਹਾਂਜੀ ਮੈਮ, ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰ ਦਿਓ, ਤੁਹਾਡੇ ਟੀਵੀ ਦੀ ਆਵਾਜ਼ ਜ਼ਿਆਦਾ ਆ ਰਹੀ ਹੈ ਜੀ। ਮੈਮ ਕੀ ਸਵਾਲ ਹੈ ਜੀ ਤੁਹਾਡਾ? ਸਾਡਾ ਸਵਾਲ ਇਹ ਹੈ ਜਦੋਂ ਸਾਡੇ ਨੈਣੀ 'ਚ ਅਸੀਂ ਨੈਣੀ ਤੇ ਕੁੜੀ ਮੰਗਾਉਣੀ ਆ। ਹਾਂਜੀ, ਸਾਡੇ ਅਸੀਂ ਸਿਆਣੇ ਆ। ਠੀਕ ਹੈ ਜੀ। ਹਾਂਜੀ, ਤਾਂ ਇਸ ਕਰਕੇ ਅਸੀਂ ਤਾਂ ਸਾਨੂੰ ਪੁੱਛਣੇ ਨੂੰ ਫੋਨ ਕੀਤਾ ਜੀ। ਤੇ ਤੁਹਾਡਾ ਸਵਾਲ ਇਹ ਹੈ ਕਿ ਕੀ ਤੁਸੀਂ ਜਿਵੇਂ ਬਜ਼ੁਰਗ ਹੈ ਤੁਹਾਡੇ ਤੇ ਕੀ ਤੁਸੀਂ ਬਜ਼ੁਰਗ ਸਪਾਂਸਰ ਬਣਨਾ ਚਾਹੁੰਦੇ ਹੋ? ਖੁਦ ਤੁਹਾਡੇ ਬੱਚੇ ਜਿਹੜੇ ਇੱਥੇ ਹੈਗੇ ਉਹ ਨਹੀਂ ਸਪਾਂਸਰ ਬਣਨਗੇ, ਤੁਸੀਂ ਖੁਦ ਸਪਾਂਸਰ ਬਣਨਾ ਚਾਹੁੰਦੇ ਹੋ ਆਪਣੀ ਇਨਕਮ ਸ਼ੋ ਕਰਕੇ? ਉਹ ਬੱਚੇ ਸਾਡੇ ਤੋਂ ਮੂਵ ਹੋ ਗਏ, ਸਾਡੀ ਨਹੀਂ ਕੇਅਰ ਕਰਦੇ। ਮੇਰਾ ਤਾਂ ਬੱਚਾ ਹੀ ਹੈ ਨਹੀਂ, ਇਹਨਾਂ ਦੇ ਬੱਚੇ ਆ। ਠੀਕ ਹੈ, ਉਹ ਇਹਨਾਂ ਦੀ ਕੇਅਰ ਨਹੀਂ ਕਰਦੇ। ਹਾਂ ਬਿਲਕੁਲ। ਤੁਸੀਂ ਵੀ ਕੁਆਲੀਫਾਈ ਕਰ ਸਕਦੇ। ਤੁਹਾਨੂੰ ਜਿਵੇਂ ਈਅਰਲੀ ਤੁਹਾਨੂੰ ਪੈਸੇ ਮਿਲਦੇ ਹੋਣਗੇ ਗਵਰਨਮੈਂਟ ਤੋਂ ਕੁਛ $1200-1300। ਤੁਸੀਂ ਨੋਟਿਸ ਮੈਨੂੰ ਥੋੜੇ ਹੀ ਆਉਂਦੇ, ਇਹਨਾਂ ਨੂੰ ਜਾਰੀ ਪੈਨਸ਼ਨ ਆਉਂਦੀ, ਮੈਨੂੰ ਤਾਂ ਸਾਰਾ $300 ਆਉਂਦਾ ਹੈ। ਹਾਂਜੀ, ਤੇ ਉਹਨਾਂ ਨੂੰ ਕਿੰਨੇ ਆਉਂਦੇ? ਉਹਨਾਂ ਨੂੰ ਤਾਂ ਆਉਂਦੇ ਆ 2500 ਸਾਲ ਦੀ। ਕਿੰਨਾ ਨੋਟਿਸ? 2500 ਹੈਗਾ ਆ। ਜਿੱਦਾਂ ਆਪਣੇ ਉਹਨੇ ਮੇਲ 'ਚ ਕੰਮ ਕੀਤਾ
ਨੋਟਿਸ ਅਸੈਸਮੈਂਟ ਤੇ ਕਿੰਨਾ ਹੁੰਦਾ ਤੁਹਾਡਾ ਕੁਝ ਪਤਾ ਤੁਹਾਨੂੰ? ਸਾਡੇ ਕੋਲ 3 ਘਰ ਦੀ ਆ ਉੱਦਾਂ, ਤੇ ਉਹਨਾਂ ਦਾ ਕਿਰਾਇਆ ਵੀ ਆਉਂਦਾ ਹੈ। ਠੀਕ ਹੈ। ਤੇ ਇੱਕ ਸਾਡੇ ਕੋਲ ਆ, ਦੋ ਸਾਲ ਦਾ, ਕਿਰਾਇਆ ਆਉਂਦਾ। ਹਾਂ, ਸਾਲ ਦਾ ਟੈਕਸ ਕਿੰਨਾ ਤੁਸੀਂ ਭਰਦੇ ਹੋ, ਕਿੰਨਾ ਆਉਂਦਾ ਤੁਹਾਡਾ? 150 ਨੰਬਰ ਹੁੰਦਾ ਤੁਹਾਡਾ ਜਿਹੜਾ ਨੋਟਿਸ ਅਸੈਸਮੈਂਟ ਹੈਗਾ, ਉਹਦੇ ਉੱਤੇ ਕਿੰਨੀ ਪੇਮੈਂਟ ਸ਼ੋ ਹੁੰਦੀ ਹੈ? ਤੁਸੀਂ ਕਿੰਨੇ ਜੀ ਹੈਗੇ ਘਰ ਦੇ ਵਿੱਚ? ਅਸੀਂ 2 ਜਣੇ ਨੇ, 2 ਜਣੇ। ਠੀਕ ਹੈ। ਤੇ ਇਹਦੇ ਇਸ ਤਰ੍ਹਾਂ ਹੈਗਾ ਕਿ ਇਹਦੀ ਕੈਲਕੂਲੇਸ਼ਨ ਹੈਗੀ, ਮੈਂ ਤੁਹਾਨੂੰ ਕੈਲਕੂਲੇਸ਼ਨ ਕਰਕੇ ਦੱਸ ਸਕਾਂਗਾ। ਇਹਨਾਂ ਨੂੰ ਟੀਵੀ ਸਕਰੀਨ ਤੇ ਆ ਸਕਦਾ ਹੀ ਆਪਾਂ ਇਹਨਾਂ ਨੂੰ, ਜਾਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ? ਹੋਰ ਕੁਝ ਪੁੱਛਣਾ ਚਾਹੁੰਦੇ ਹੋ ਜੀ? ਜੀ ਆਪਾਂ ਟੀਵੀ ਸਕਰੀਨ ਤੇ ਇਹਨਾਂ ਨੂੰ ਆਨਸਰ ਦਿੰਦੇ ਹਾਂ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਜੀ ਸਰ, ਇਹਨਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਇਹਨਾਂ ਨੇ ਆਪਣਾ ਨੋਟਿਸ ਅਸੈਸਮੈਂਟ ਦੇਖਣਾ ਹੈ, ਕੋਈ ਜਿਹੜਾ ਆਪਣਾ ਇਨਕਮ ਟੈਕਸ ਦਾ ਡਾਕੂਮੈਂਟ ਆਉਂਦਾ ਸੀ ਜਦੋਂ ਟੈਕਸ ਪੇ ਕਰ ਦਿੰਦੇ ਆ, ਉਹ ਜਿਹੜਾ ਸਾਨੂੰ ਡਾਕੂਮੈਂਟ ਆਉਂਦਾ ਹੈ ਉਹਦੇ ਉੱਤੇ 150 ਨੰਬਰ ਸਭ ਤੋਂ ਉੱਤੇ ਇੱਕ ਫਿਗਰ ਆਉਂਦੀ ਹੈ। ਉਹ ਫਿਗਰ ਦੇਖੋ, ਤੇ ਮੈਨੂੰ ਕੈਲਕੂਲੇਸ਼ਨ ਕਰਨੀ ਪਏਗੀ ਕਿਉਂਕਿ ਤੁਸੀਂ ਬ੍ਰਿਟਿਸ਼ ਕੋਲੰਬੀਆ 'ਚ ਹੈਗੇ। ਮੈਨੂੰ ਕੈਲਕੂਲੇਸ਼ਨ ਕਰਕੇ ਤੁਹਾਨੂੰ ਦੱਸਣਾ ਪਏਗਾ ਕਿ ਤੁਹਾਡੀ ਇਨਕਮ ਕਿੰਨੀ ਸ਼ਾਰਟਫਾਲ ਹੁੰਦੀ ਹੈ, ਤੇ ਉਹ ਇਨਕਮ ਜਿਹੜੀ ਸ਼ਾਰਟਫਾਲ ਹੁੰਦੀ ਹੈ ਉਹਨਾਂ ਤੁਸੀਂ ਅਮਾਊਂਟ ਆਪਣੇ ਜਿਹੜਾ ਸੇਵਿੰਗ ਜਾਂ ਚੈਕਿੰਗ ਅਕਾਊਂਟ ਜਿਹੜਾ ਤੁਹਾਡਾ ਪੈਸੇ ਹੈਗੇ ਉਹ ਸ਼ੋਅ ਕਰਕੇ ਤੁਸੀਂ ਕੁਆਲੀਫਾਈ ਕਰ ਸਕਦੇ ਹੋ, ਪ੍ਰੋਵਾਈਡਡ ਤੁਹਾਡੇ ਕੋਲ ਬੈਂਕ ਵਿੱਚ ਐਡੀਸ਼ਨਲ ਮਨੀ ਹੋਏ। ਉਹਦੇ 'ਚ ਇਹ ਦੇਖਣਾ ਜ਼ਰੂਰੀ ਹੈ ਕਿ ਕੀ ਤੁਸੀਂ ਨੈਨੀ ਨੂੰ ਜਾਂ ਕੇਅਰ ਗਿਵਰ ਨੂੰ, ਕਿਉਂਕਿ ਇਹ ਐਲਡਰਲੀ ਕੇਅਰ ਹੈ, ਤੁਸੀਂ ਉਹਨਾਂ ਨੂੰ ਪੇਮੈਂਟ ਦੇ ਸਕੋਗੇ, ਉਹਦੀ ਸੈਲਰੀ ਦੇ ਸਕੋਗੇ। ਇਹ ਸਪਾਂਸਰ ਕਰਨਾ ਨਹੀਂ ਹੁੰਦਾ, ਇਹ ਬੇਸਿਕਲੀ ਤੁਹਾਡੀ ਨੀਡ ਹੈ ਕਿ ਕੀ ਤੁਸੀਂ ਕਿਸੇ ਨੂੰ ਆਪਣੇ ਕੰਮਾਂ ਵਾਸਤੇ ਤੁਸੀਂ ਕਿਸੇ ਨੂੰ ਰੱਖਣਾ ਆਪਣੇ ਘਰ 'ਚ, ਉਹ ਤਾਂ ਕਿ ਤੁਹਾਡੇ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਉਹ ਸੇਵਾ ਕਰ ਸਕੇ, ਪਰ ਤੁਹਾਨੂੰ ਉਹਨੂੰ ਇਨਕਮ, ਉਹਨੂੰ ਉਹਦੀ ਸੈਲਰੀ ਦੇਣੀ ਹੈ। ਸੋ ਤੁਸੀਂ ਮੈਨੂੰ ਆਫ ਦਾ ਰਿਕਾਰਡ ਵੀ ਮੈਨੂੰ ਕਾਲ ਕਰ ਸਕਦੇ ਹੋ। ਮੇਰੇ ਜਿਹੜੇ ਹੇਠ ਨੰਬਰ ਲਿਖੇ ਨੰਬਰ ਆ ਰਹੇ ਹਨ, ਮੈਂ ਤੁਹਾਡੇ ਹਿਸਾਬ ਦੇ ਨਾਲ ਤੁਹਾਨੂੰ ਕੈਲਕੂਲੇਸ਼ਨ ਕਰਕੇ ਦੱਸ ਦਾਂਗਾ ਕਿ ਤੁਸੀਂ ਕੁਆਲੀਫਾਈ ਕਰ ਰਹੇ ਹੋ ਜਾਂ ਨਹੀਂ ਕਰ ਰਹੇ, ਜਾਂ ਕਿੰਨਾ ਸ਼ਾਰਟਫਾਲ ਹੈ ਤੁਹਾਡੇ ਫੰਡਸ ਦੇ ਵਿੱਚ, ਕੀ ਤੁਸੀਂ ਮੰਗਾ ਸਕਦੇ ਹੋ ਜਾਂ ਤੁਸੀਂ ਨਹੀਂ ਮੰਗਾ ਸਕਦੇ। ਬਿਲਕੁਲ ਸਰ। ਤੇ ਨੈਨੀ ਦੀ ਜੋ ਗੱਲ ਕਰੀਏ, ਜਿਵੇਂ ਕਿ ਜੇਕਰ ਅਸੀਂ ਸਿੰਪਲ ਪ੍ਰੋਸੈਸ ਦੀ ਗੱਲ ਕਰੀਏ, ਬਹੁਤ ਸਾਰੇ ਦਰਸ਼ਕ ਇਹ ਜਾਣਨਾ ਚਾਹੁੰਦੇ ਹੋਣਗੇ, ਕਈਆਂ ਦੇ ਪਿੱਛੇ ਰਿਲੇਟਿਵਸ ਨੇ ਜਿਨ੍ਹਾਂ ਨੂੰ ਉਹ ਬੁਲਾਉਣਾ ਚਾਹੁੰਦੇ ਨੇ ਜ਼ਿਆਦਾ ਬੈਟਰ ਵੇ ਨਾਲ ਬੱਚਿਆਂ ਦੀ ਟੇਕ ਕੇਅਰ ਕਰਨ ਦੇ ਲਈ। ਜੇ ਅਸੀਂ ਇਹਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੀ ਕੁਆਲੀਫਿਕੇਸ਼ਨ ਹੋ ਸਕਦੀ ਹੈ ਇੱਕ, ਜੇ ਆਪਾਂ ਕਿਸੇ ਨੂੰ ਬੁਲਾਉਣਾ ਹੋਵੇ ਨੈਨੀ ਬੇਸ ਤੇ? ਦੇਖੋ, ਨੈਨੀ ਬੇਸ ਤੇ ਰੈਸਟ ਆਫ ਕੈਨੇਡਾ, ਆਪਾਂ ਕਿਊਬੈਕ ਨੂੰ ਜੇ ਆਪਾਂ ਸਾਈਡ ਤੇ ਕਰਕੇ, ਬਾਕੀ ਜਿਹੜਾ ਰੈਸਟ ਆਫ ਕੈਨੇਡਾ ਹੈ, ਇਹਦੇ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਹੈ, ਜਿਹਨੇ ਵੀ ਇੰਡੀਆ ਤੋਂ ਜਾਂ ਬਾਹਰਲੇ ਦੇਸ਼ਾਂ ਤੋਂ ਇੱਥੇ ਆਉਣਾ ਹੈ, ਉਹਦੇ ਕੋਲ 12 ਪਲੱਸ ਪੋਸਟ ਸੈਕੰਡਰੀ, 1 ਸਾਲ ਦੀ ਪੋਸਟ ਸੈਕੰਡਰੀ ਉਹਦੇ ਕੋਲ ਐਜੂਕੇਸ਼ਨ ਹੋਏ, ਤਾਂ ਹੀ ਉਹਦੀ ਜਿਹੜੀ ਐਪਲੀਕੇਸ਼ਨ ਹੈਗੀ ਹੋਮ ਸਪੋਰਟ ਵਰਕਰ, ਜਿਹਨੂੰ ਕਿ ਆਪਾਂ ਐਲਡਰਲੀ ਕੇਅਰ ਕਹਿੰਦੇ, ਜਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ, ਜਿਹਨੂੰ ਕਿ ਬੱਚਿਆਂ ਨੂੰ ਸਾਂਭਣ ਵਾਸਤੇ ਕਹਿੰਦੇ ਆ, ਉਹਦੇ ਵਿੱਚ ਉਹਦੀ ਫਾਈਲ ਲੱਗ ਸਕਦੀ ਹੈ, ਪ੍ਰੋਵਾਈਡਡ ਉਹਨੇ 2 ਗੱਲਾਂ ਕੀਤੀਆਂ ਹੋਣ। ਜਾਂ ਤਾਂ ਉਹਦੇ ਕੋਲ 6 ਮਹੀਨੇ ਦਾ ਐਜੂਕੇਸ਼ਨ ਹੋਏ ਨੈਨੀ ਪ੍ਰੋਗਰਾਮ ਦੇ ਉੱਤੇ, ਜਿਵੇਂ ਕਿ ਇੰਡੀਆ ਵਿੱਚ ਜਾਂ ਹੋਰ ਦੇਸ਼ਾਂ ਵਿੱਚ ਉਹ ਪਰਸਨਲ ਸਪੋਰਟ ਵਰਕਰ ਜਾਂ ਨੈਨੀ ਕੇਅਰ ਦਾ ਪ੍ਰੋਗਰਾਮ ਪੜਿਆ ਹੋਏ 6 ਮਹੀਨੇ ਦਾ, ਜਾਂ ਉਹਦੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋਏ, ਇਹਨਾਂ ਦੋਨਾਂ ਚੋਂ ਇੱਕ ਚੀਜ਼ ਹੋਏ, ਤਾਂ ਉਹ ਕੁਆਲੀਫਾਈ ਕਰ ਸਕਦੀ ਆਪਣੀ ਫਾਈਲ ਕੈਨੇਡਾ 'ਚ ਲਗਾਉਣ ਵਾਸਤੇ। ਨਾਲੇ ਹੀ ਉਹਦੇ ਕੋਲ ਆਇਲਟਸ ਦੇ ਵਿੱਚ 5 ਬੈਂਡ ਹੋਣ, 5 ਬੈਂਡ ਵਿੱਚ CLB 5 ਕਹਿੰਦੇ, ਉਹਦੇ 'ਚ ਇਸਦਾ ਮਤਲਬ ਹੈ ਕਿ ਰੀਡਿੰਗ ਵਿੱਚ 4 ਵਿੱਚ ਚੱਲ ਜਾਂਦੇ ਹਨ, ਬਾਕੀ ਸਾਰੇ ਮੋਡਲਸ ਵਿੱਚੋਂ 5 ਹੋਣੇ ਜ਼ਰੂਰੀ ਹੈ। ਇਹਦੇ ਨਾਲ ਨਾਲ ਜਿਹੜੀ ਐਜੂਕੇਸ਼ਨ ਲਿੱਤੀ ਹੈ, ਜੇ 12 ਪਲੱਸ 1 ਕੀਤੀ ਹੈ, ਜਿਹੜਾ ਇੱਕ ਐਡੀਸ਼ਨਲ ਕੀਤੀ ਹੈ, ਉਹਦਾ ਇਵੈਲੂਏਸ਼ਨ ਕਰਾਉਣੀ ਜ਼ਰੂਰੀ ਹੈ। ਇੱਥੇ ਲੋਕਲ ਅਦਾਰੇ ਤੋਂ ਜਦੋਂ ਇਵੈਲੂਏਸ਼ਨ ਕਰਾਈ ਜਾਂਦੀ ਹੈ, ਅਪਰੋਕਸੀਮੇਟਲੀ 4 ਮਹੀਨੇ ਹੋਰ ਉੱਤੇ ਲੱਗ ਜਾਂਦੇ ਹਨ ਜਦੋਂ ਕਿ ਉਹਦੀ ਇਵੈਲੂਏਸ਼ਨ ਕਰਾਈ ਜਾਏ। ਤਾਂ ਇਹਦਾ ਇਹ ਪ੍ਰੋਸੀਜਰ ਰਹਿ ਸਕਦਾ ਕਿ ਤੁਸੀਂ 6 ਮਹੀਨੇ ਆਪਣਾ ਐਜੂਕੇਸ਼ਨ ਲਓ, ਜੇ ਨੈਨੀ ਦੀ ਪ੍ਰੋਗਰਾਮ ਤੁਸੀਂ ਪੜ੍ਹਾਈ ਕਰੋ, ਨਾਲ ਹੀ ਤੁਸੀਂ ਆਪਣੇ ਡਾਕੂਮੈਂਟੇਸ਼ਨ, ਜੇ ਤੁਸੀਂ ਪੋਸਟ ਸੈਕੰਡਰੀ ਐਜੂਕੇਸ਼ਨ ਲਿੱਤੀ ਹੋਈ ਹੈ, ਜਾਂ ਤੁਹਾਡੇ ਕੋਲ ਪੋਸਟ ਗ੍ਰੈਜੂਏਸ਼ਨ ਹੈ, ਜਾਂ ਕਿਸੇ ਨੇ ਮਾਸਟਰਸ ਕੀਤੀ ਹੈ, ਜਾਂ ਕਿਸੇ ਨੇ GNM ਜਾਂ BSc ਨਰਸਿੰਗ ਕੀਤੀ ਹੈ, ਕਿਸੇ ਨੇ BA BEd ਕੀਤੀ ਹੈ, ਸਾਰੇ ਲੋਕ ਕੁਆਲੀਫਾਈ ਕਰਦੇ ਹਨ। ਇੱਕ ਪਾਸੇ ਤੁਸੀਂ ਆਪਣੀ ਐਜੂਕੇਸ਼ਨ ਲਓ, ਜਿਹੜਾ ਕਿ 6 ਮਹੀਨੇ ਦਾ ਨੈਨੀ ਪ੍ਰੋਗਰਾਮ ਹੈ, ਔਰ ਦੂਜੇ ਪਾਸੇ ਤੁਸੀਂ ਆਪਣੀ ਜਿਹੜੇ ਡਾਕੂਮੈਂਟਸ ਹੈ ਇਵੈਲੂਏਸ਼ਨ ਕਰਨ ਵਾਸਤੇ ਕੈਨੇਡਾ ਭੇਜ ਦਿਓ। ਜੀ ਬਿਲਕੁਲ, ਤੁਸੀਂ ਜਿਵੇਂ ਕਿਹਾ ਕਿ ਆਪਣੇ ਡਾਕੂਮੈਂਟਸ ਇਵੈਲੂਏਸ਼ਨ ਕਰਨ ਲਈ ਕੈਨੇਡਾ ਭੇਜ ਦੇਵੋ, ਇਹਦੇ ਵਿੱਚ ਕੀ ਕੋਈ ਏਜ ਲਿਮਿਟ ਵੀ ਕੋਈ ਹੋ ਸਕਦੀ ਹੈ, ਜਾਂ ਤੁਸੀਂ ਸਿੰਗਲ ਜਾਂ ਮੈਰਿਡ, ਇਹ ਚੀਜ਼ ਵੀ ਮੈਟਰ ਕਰਦੀ ਹੈ? ਦੇਖੋ, ਜਿਹੜਾ ਇਹ ਪ੍ਰੋਗਰਾਮ 18 ਜੂਨ 2019 ਨੂੰ ਚੇਂਜ ਹੋਇਆ, ਬਹੁਤ ਹੀ ਅੱਛਾ ਪ੍ਰੋਗਰਾਮ ਹੋ ਗਿਆ। ਇਹਦੇ ਵਿੱਚ ਪੂਰੀ ਫੈਮਿਲੀ, ਹਸਬੈਂਡ ਵਾਈਫ ਬੱਚੇ ਸਮੇਤ ਕੈਨੇਡਾ ਪਹੁੰਚ ਸਕਦੇ ਹਨ। ਸੋ ਜੇ ਕੋਈ ਸਿੰਗਲ ਹੈ, ਸਿੰਗਲ ਆਪਣੀ ਐਜੂਕੇਸ਼ਨ ਜਿਹੜੀ ਉਹਨੇ ਇਵੈਲੂਏਸ਼ਨ ਕਰਾਉਣੀ ਹੈ, ਉਹ ਤਾਂ ਪਰਿਵਾਰ ਦਾ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਹੈ ਉਹਨੇ ਹੀ ਆਪਣੀ ਐਜੂਕੇਸ਼ਨ ਦੀ ਇਵੈਲੂਏਸ਼ਨ ਕਰਾਉਣੀ ਹੈ। ਉਹਦਾ ਸਪਾਊਸ ਅਨਪੜ੍ਹ ਵੀ ਹੋ ਸਕਦਾ, ਉਹਦੇ ਨਾਲ ਆ ਸਕਦਾ ਹੈ ਓਪਨ ਵਰਕ ਪਰਮਿਟ ਲੈ ਕੇ। ਜਿਹੜੀ ਇਹ ਪ੍ਰਿੰਸੀਪਲ ਐਪਲੀਕੈਂਟ ਹੈ, ਉਹਨੂੰ ਜੇ ਉਹਦੇ ਜਿਵੇਂ ਆਪਾਂ ਕੇਸ ਨੂੰ ਅਪਲਾਈ ਕੀਤਾ, ਚਾਹੇ ਉਹ ਹੋਮ ਸਪੋਰਟ ਵਰਕਰ ਵਿੱਚ ਕੀਤਾ ਜਾਂ ਹੋਮ ਚਾਈਲਡ ਕੇਅਰ ਵਾਸਤੇ ਕੀਤਾ, ਉਹਦੇ ਵਾਸਤੇ ਜਦੋਂ ਉਹਦੇ ਡਾਕੂਮੈਂਟੇਸ਼ਨ ਅਸੀਂ ਫਾਈਲ ਕਰਨੀ ਹੈ, ਉਹਦੀ ਵਰਕ ਪਰਮਿਟ ਤੇ ਪਲੱਸ PR ਦੀ ਇਕੱਠੀ ਹੀ ਇੱਕੋ ਵਾਰ ਹੀ ਫਾਈਲ ਲੱਗਦੀ ਹੈ। ਜੇ ਉਹਦੇ ਡਾਕੂਮੈਂਟਸ ਗਵਰਨਮੈਂਟ ਨੂੰ ਪਸੰਦ ਆ ਗਏ, ਤੇ ਜਿਵੇਂ ਪਹਿਲੇ 4 ਮਹੀਨੇ 'ਚ ਫਾਈਲ ਨੰਬਰ ਆ ਰਿਹਾ ਸੀ, ਅੱਜ ਕੱਲ੍ਹ 7 ਮਹੀਨੇ 'ਚ ਫਾਈਲ ਨੰਬਰ ਆਉਂਦਾ ਹੈ। ਤਾਂ ਉਹ ਫਾਈਲ ਨੰਬਰ ਆਉਣ ਦੇ ਬਾਅਦ ਫਿਰ ਕੋਈ 5 ਜਾਂ 6 ਮਹੀਨੇ ਹੋਰ ਉੱਤੇ ਲੱਗਣਗੇ ਕੇਸ ਨੂੰ ਫਾਈਨਲਾਈਜ਼ ਹੋਣ ਦੇ ਵਾਸਤੇ। ਤੇ ਉਹਦੇ ਵਿੱਚ ਫਿਰ 3 ਗੱਲਾਂ ਹੁੰਦੀਆਂ ਅੱਗੇ, ਜਾਂ ਤਾਂ ਡਾਇਰੈਕਟ ਵੀਜ਼ਾ ਮਿਲੇਗਾ ਤੁਹਾਨੂੰ,
ਜਾਂ ਤੁਹਾਡੀ ਇੰਟਰਵਿਊ ਕਾਲ ਆ ਸਕਦੀ ਹੈ ਜਾਂ ਡਾਇਰੈਕਟ ਰਿਜੈਕਟ ਹੋ ਜਾਓਗੇ। ਇਹ ਤਿੰਨ ਗੱਲਾਂ ਹੀ ਹੈ ਤਾਂ ਜਿਹੜਾ ਨਿਚੋੜ ਹੈਗਾ ਜਦੋਂ ਅਸੀਂ ਕੇਸ ਕੋਈ ਵੀ ਲਗਾਉਂਦੇ ਹਾਂ, ਇਹ ਤਿੰਨ ਗੱਲਾਂ ਉਹਦੇ 'ਚ ਹੋ ਸਕਦੀਆਂ। ਜਿਵੇਂ ਤੁਸੀਂ ਗੱਲ ਕੀਤੀ ਹੈ ਜਿਹਦੇ ਲਈ ਤੁਸੀਂ ਐਪਲੀਕੇਸ਼ਨ ਲਗਾਉਣੀ ਹੈ ਕੀ ਉਹ ਪਰਸਨ ਜਿਹੜਾ ਇੰਡੀਵਿਜੂਅਲ ਹੈ ਉਹਦੇ ਕੋਈ ਪਿੱਛੇ ਜੇ ਅਕਾਊਂਟਸ ਹਿਸਟਰੀ ਵਗੈਰਾ ਵੀ ਕੋਈ ਦੇਖਣੀ ਪੈਂਦੀ ਹੈ ਜਾਂ ਨਹੀਂ, ਕੁਛ ਉਹਦੇ ਐਵੇਂ ਦੀ ਹੈ? ਦੇਖੋ ਜੇ ਉਹਦੇ ਨੋਟਿਸ ਅਸੈਸਮੈਂਟ ਹੈ ਅਨਫ ਇਨਕਮ ਹੈ ਜਿੰਨੀ ਕੀ ਚਾਹੀਦਾ, ਜਿਵੇਂ ਲਾਈਕ ਉਹ ਲੋ ਇਨਕਮ ਕੱਟ ਆਫ ਹੈ, ਜਿੰਨਾ ਕੁ ਉਹ ਆਪਣਾ ਖਰਚਾ ਚਲਾ ਸਕਦਾ, ਬੇਸਿਕ ਉਹਦੀ ਅਮੈਨਿਟੀ ਜਿਹੜਾ ਉਹ ਚਲਾ ਸਕਦਾ, ਲਿਵਿੰਗ ਐਕਸਪੈਂਸ ਚਲਾ ਸਕਦਾ, ਪਲੱਸ ਉਹ ਇੱਕ ਨੈਨੀ ਨੂੰ ਉਹਦੀ ਨਹੀਂ ਮੈਂ ਉਹਨਾਂ ਦੀ ਗੱਲ ਕਰ ਰਹੀ ਹਾਂ ਜਿਨ੍ਹਾਂ ਨੂੰ ਬੁਲਾਉਣਾ ਹੈ ਨੈਨੀ ਬੇਸ ਦੇ ਉੱਤੇ, ਕਿ ਉਹਨਾਂ ਦੀ ਵੀ ਕੋਈ ਇਨਕਮ ਕ੍ਰਾਈਟੇਰੀਆ ਰਿਕੁਆਇਰਮੈਂਟ ਹੈ? ਉਹਦੇ ਵਿੱਚ ਇਨਕਮ ਕ੍ਰਾਈਟੇਰੀਆ ਕਿ ਜਿਵੇਂ ਉਹਨਾਂ ਨੂੰ ਇੱਥੇ ਵੈਸੇ ਤਾਂ ਤਨਖਾਹ ਮਿਲੇਗੀ ਕਿਉਂਕਿ ਇੱਥੇ ਅੱਜਕੱਲ LMIA ਨਹੀਂ ਹੁੰਦੀ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੁੰਦੀ ਹੈ ਅੱਜਕੱਲ, ਜੌਬ ਆਫਰ ਦੇ ਸਿਰ ਤੇ ਉਹਦੇ ਉੱਤੇ ਹੁੰਦਾ। ਤੇ ਇਹ ਹੈ ਕਿ ਉਹਨੂੰ ਥੋੜ੍ਹੇ ਪੈਸੇ ਪਿੱਛੋਂ ਦਿਖਾਣੇ ਚੰਗੇ ਹੈ, ਜ਼ਰੂਰੀ ਹੈ, ਜਿਹੜਾ ਕਿ ਕ੍ਰਾਈਟੇਰੀਆ ਨੂੰ ਜਿਵੇਂ ਆਪਾਂ ਐਕਸ ਪਰਸੈਂਟੇਜ ਵੀ ਫਾਈਲ ਲਗਾਉਂਦੇ ਹਾਂ ਤਾਂ ਉਹਦੇ 'ਚ ਜੇ ਤੁਹਾਡੇ ਇੱਕ ਮੈਂਬਰ ਹੈ ਫੈਮਿਲੀ ਦਾ ਉਹਦੇ ਕਿੰਨੇ ਦਿਖਾਣੇ ਆ, ਦੋ ਦੇ ਕਿੰਨੇ ਦਿਖਾਣੇ ਆ। ਪਰ ਇਹ ਜਿਹੜੀ ਨੈਨੀ ਆ ਰਹੀ ਹੈ ਉਹ ਆਪਣੇ ਇੰਪਲੋਇਰ ਦੇ ਘਰ ਰਹਿ ਰਹੀ ਹੈ ਤਾਂ ਉਹਦਾ ਥੋੜ੍ਹਾ ਜਿਹਾ ਉਹਨੂੰ ਛੂਟ ਮਿਲ ਸਕਦੀ ਹੈ ਉਹਦੇ ਕਿ ਉਹਨੂੰ ਕਿੰਨੇ ਪੇਮੈਂਟ ਉਹਨੇ ਫੰਡਸ ਸ਼ੋਅ ਕਰਨੇ, ਤਾਂ ਫੰਡ ਤਾਂ ਸ਼ੋਅ ਕਰਨੇ ਚਾਹੀਦੇ। ਜੀ ਬਿਲਕੁਲ। ਤੇ ਫੰਡਸ ਦੀ ਜਿਵੇਂ ਤੁਸੀਂ ਗੱਲ ਕੀਤੀ ਆ, ਇਹਦੇ ਨਾਲ ਕੀ ਜੁਆਇੰਟ ਅਕਾਊਂਟਸ ਵਗੈਰਾ ਵੀ ਚੱਲ ਸਕਦਾ ਜਿਹਦੇ ਵਿੱਚ ਤੁਹਾਡਾ ਹਸਬੈਂਡ ਦਾ ਹੋਵੇ ਜਾਂ ਇੰਡੀਵਿਜੂਅਲ ਦਾ ਇਕੱਲਾ ਦਾ? ਨਹੀਂ, ਹਸਬੈਂਡ ਵਾਈਫ ਦਾ ਜਿਹੜਾ ਟੂਗੈਦਰ ਅਕਾਊਂਟ ਹੈਗਾ, ਜਿਹੜਾ ਇੰਡੀਆ ਤੋਂ ਜਿਨ੍ਹਾਂ ਨੇ ਆਉਣਾ ਹੈ, ਇੰਡੀਆ ਤੋਂ ਆਉਣ ਦੀ ਗੱਲ ਕਰ ਰਿਹਾ ਜਿਹਨਾਂ ਨੇ ਆਉਣਾ ਹੈ, ਉਹ ਆਪਣਾ ਵਿਦਨ ਅ ਫੈਮਿਲੀ ਹਸਬੈਂਡ ਐਂਡ ਵਾਈਫ ਆਪਣੇ ਜਿਹੜੇ ਫੰਡਸ ਹੈ ਉਹ ਸ਼ੋਅ ਕਰ ਸਕਦੇ ਆ। ਜੀ ਬਿਲਕੁਲ ਸਰ। ਤੇ ਇਸ ਵਕਤ ਜਿਨ੍ਹਾਂ ਨੇ ਹੁਣ ਇਸ ਤੋਂ ਬਾਅਦ ਜਿਨ੍ਹਾਂ ਨੇ ਅਪਲਾਈ ਕਰਨਾ ਆ ਉਹਨਾਂ ਦਾ ਵੀ ਕੀ ਕੋਈ ਪ੍ਰੋਸੈਸ ਹੋਣਾ ਚਾਹੀਦਾ ਆ? ਉਹਨਾਂ ਦੇ ਕੋਲ ਕੀ ਇਨਕਮ ਸਿਸਟਮ ਹੋਣਾ ਚਾਹੀਦਾ? ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਂ ਪਰਮਿੰਦਰ ਬੋਲਦਾ ਇੱਥੋਂ ਸਰੀ ਤੋਂ। ਜੀ ਸਰ ਦੱਸੋ ਜੀ ਕੀ ਸਵਾਲ ਹੈ? ਮੈਂ ਨੈਨੀ ਦੇ ਪੁੱਛਣਾ ਸੀ, ਮੇਰੀ ਵਾਈਫ ਨੇ ਅਸੀਂ ਅਪਲਾਈ ਕੀਤਾ ਸੀਗਾ 2019 ਦੇ ਵਿੱਚ, ਅਕਤੂਬਰ ਦੇ ਵਿੱਚ ਜੀ, ਤੇ ਸਾਡਾ ਫਰਵਰੀ ਦੇ ਵਿੱਚ ਆ ਗਿਆ ਸੀ ਫਾਈਲ ਨੰਬਰ ਹੀ, ਤੇ ਉਸ ਤੋਂ ਬਾਅਦ ਮੈਨੂੰ ਕੋਈ ਅਪਡੇਟ ਨਹੀਂ ਆਈ। ਅਸੀਂ ਵਿਦਿਨ ਕੈਨੇਡਾ ਕੀਤਾ ਸੀ ਅਪਲਾਈ ਜੀ ਸਰ। ਤੇ ਤੁਸੀਂ ਕੋਈ ਨਹੀਂ ਆਈ, ਫਰਵਰੀ ਚ ਫਾਈਲ ਨੰਬਰ ਆ ਗਿਆ ਸੀ। ਤੁਸੀਂ EMPLOYE ਹੋ ਜਾਂ ਤੁਸੀਂ EMPLOYER ਹੋ? ਮੇਰੀ ਵਾਈਫ ਨੇ ਕੀਤਾ ਸੀਗਾ। ਤੇ ਤਾਂ ਮਤਲਬ ਤੁਸੀਂ ਇੱਥੇ ਵਿਜ਼ਟਰ ਵੀਜ਼ਾ ਤੇ ਹੋ, ਵਿਜ਼ਟਰ ਸਟੇਟਸ ਤੇ ਹੋ? ਹਾਂਜੀ। ਹੁਣ ਫਿਰ ਮੈਂ ਆਪਦਾ ਫਾਰਮਿੰਗ ਦੇ ਵਿੱਚ ਲੈ ਲਿਆ ਸੀਗਾ ਜੀ ਆਪਦੇ ਨਾਮ ਤੇ। ਦੇਖੋ ਐਸਾ ਜਦੋਂ ਸਿਨੈਰੀਓ ਹੋਏ ਨਾ, ਅਪਲਾਈ ਤਾਂ ਤੁਸੀਂ ਕਰ ਦਿੱਤਾ, ਫਿਰ ਤੁਹਾਨੂੰ ਇਹ ਵੀ ਪਤਾ ਕਿ ਸਾਲ ਤਾਂ ਲੱਗ ਹੀ ਰਿਹਾ ਸੀਗਾ, ਇਹ ਤਾਂ ਗੱਲ ਤੁਹਾਨੂੰ ਪਤਾ ਹੀ ਹੈ। ਹੁਣ ਚਲੋ ਸਾਲ ਹੋ ਗਿਆ, ਤਾਂ ਸਾਲ 6-7 ਮਹੀਨੇ ਲੱਗ ਸਕਦੇ। ਹੁਣ ਤੁਸੀਂ ਫਾਰਮਿੰਗ ਵੱਲ ਤੁਰ ਗਏ, ਉਹ ਤੋਂ ਚੰਗਾ ਇਹ ਹੋਣਾ ਸੀਗਾ ਕਿ ਤੁਸੀਂ LMIA ਅਪਲਾਈ ਕਰ ਦਿੰਦੇ ਆਪਣੀ ਵਾਈਫ ਵੱਲੋਂ। ਇਹ ਪ੍ਰੋਗਰਾਮ ਨੂੰ ਅਪਲਾਈ ਕਰਨ ਤੋਂ ਪਹਿਲਾਂ ਉਹਦੇ 'ਚ ਇੱਕ ਡੈਫੀਨੇਟ ਉਹਨੂੰ ਵਰਕ ਪਰਮਿਟ ਮਿਲ ਜਾਂਦਾ ਪਹਿਲਾਂ, ਤੇ ਉਸ ਤੋਂ ਬਾਅਦ ਤੁਸੀਂ ਇਹ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਕੇ ਬੈਠੇ ਰਹਿੰਦੇ। ਘੱਟੋ ਘੱਟ ਤੁਹਾਡੀ ਵਾਈਫ ਦਾ ਵਰਕ ਪਰਮਿਟ ਤਾਂ ਚੱਲਦਾ ਰਹਿੰਦਾ, ਉਹਦੀਆਂ ਤਨਖਾਹਾਂ ਤਾਂ ਆਉਂਦੀਆਂ ਰਹਿੰਦੀਆਂ। ਹੁਣ ਤਾਂ ਸਿਰਫ ਅਪਲਾਈ ਕਰਕੇ ਬੈਠ ਗਏ ਔਰ ਤੁਸੀਂ ਆਪਣਾ ਫਾਰਮਿੰਗ ਲੈ ਕੇ ਬੈਠ ਗਏ ਹੋ। ਹੁਣ ਉਹਨਾਂ ਦਾ ਵੀ ਕੋਈ ਸਟੇਟਸ ਨਹੀਂ ਦੇਖਿਆ ਜਾ, ਤੁਸੀਂ ਵਿਜ਼ਟਰ ਹੀ ਐਕਸਟੈਂਡ ਕਰੀ ਜਾਂਦੇ ਹੋ ਵਾਰ-ਵਾਰ ਫਾਰਮਿੰਗ ਦੇ ਬੇਸ ਤੇ। ਉਹਨਾਂ ਦਾ ਵੀ ਕੋਈ ਸਟੇਟਸ ਨਹੀਂ ਹੋ ਰਿਹਾ ਅੱਗੇ, ਉਹ ਵਿਜ਼ਟਰ ਦੇ ਹੀ ਬੈਠੇ ਹੋ। ਇਹ ਹੈ ਕਿ ਹੁਣ ਵੀ ਤੁਸੀਂ ਜੇ ਤੁਹਾਡੇ ਕੋਲ ਇੰਪਲੋਇਰ ਤੁਹਾਡੇ ਹੈਗੇ ਸਹਿਮਤ ਹੈ ਤੁਹਾਡੇ ਨਾਲ, ਤਾਂ ਤੁਸੀਂ LMI ਕਰਾ ਕੇ ਘੱਟੋ ਘੱਟ ਵਰਕ ਪਰਮਿਟ ਤੇ ਤਾਂ ਤੁਹਾਡੀ ਵਾਈਫ ਆ ਜਾਏ ਨਾ। ਕਦ ਤੱਕ ਤੁਸੀਂ ਵਿਜ਼ਟਰ ਵੀਜ਼ਾ ਐਕਸਟੈਂਡ ਕਰਾਈ ਜਾਓਗੇ ਆਪਣਾ? ਠੀਕ ਹੈ ਜੀ। ਬਾਕੀ ਤੁਸੀਂ ਮੈਨੂੰ ਜੇ ਗੱਲ ਕਰਨਾ ਚਾਹੇ ਜ਼ਿਆਦਾ ਮੇਰੇ ਨਾਲ ਵਿਸਤਾਰ ਦੇ ਵਿੱਚ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਲੇਟਰ ਆਫਟਰ ਦਾ ਸ਼ੋਅ। ਸ਼ੁਕਰੀਆ ਜੀ ਕਾਲ ਕਰਨ ਲਈ। ਕਿੰਨਾ ਟਾਈਮ ਲੱਗ ਸਕਦਾ ਜੀ? ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਸਾਲ ਤਾਂ ਉਹ ਕਹਿੰਦੇ ਸੀ, ਹੁਣੇ ਪਹਿਲਾਂ ਜਿਹੜਾ ਆ ਗਿਆ ਕੋਵਿਡ ਦਾ, ਇਹਦੇ ਕਰਕੇ ਹੋ ਸਕਦਾ ਕਿ 4-5 ਮਹੀਨੇ ਹੋਰ ਉੱਤੇ ਲੱਗ ਜਾਣ। ਪਰ ਫਿਰ ਵੀ ਬੜਾ ਹੀ ਅੱਛਾ ਪ੍ਰੋਗਰਾਮ ਹੈ। ਤੁਹਾਨੂੰ ਪਤਾ ਹੀ ਹੈ ਕਿ ਸਿਰਫ 5 ਬੈਂਡ ਦੇ ਨਾਲ ਕੱਲ੍ਹ ਨੂੰ ਇਮੀਗ੍ਰੇਸ਼ਨ ਵੀ ਹੋ ਜਾਣੀ ਤੁਹਾਡੀ। ਇੱਥੇ 877 ਬੈਂਡ ਲੈ ਕੇ ਲੋਕਾਂ ਦੀ ਇਮੀਗ੍ਰੇਸ਼ਨ ਨਹੀਂ ਹੁੰਦੀ ਜੀ। ਸ਼ੁਕਰੀਆ। ਉਹਨਾਂ ਦੇ 5.5 ਬੈਂਡ ਸੀਗੇ ਜੀ। ਬਿਲਕੁਲ ਸ਼ੁਕਰੀਆ ਕਾਲ ਕਰਨ ਲਈ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸਰ ਨੂੰ ਉਸ ਤੋਂ ਬਾਅਦ ਕਾਲ ਕਰ ਸਕਦੇ ਹੋ। ਜੀ ਸਰ, ਅਸੀਂ ਗੱਲ ਕਰ ਸੀ ਨੈਨੀ ਕੇਅਰ ਪ੍ਰੋਗਰਾਮ ਦੇ ਬਾਰੇ ਵਿੱਚ। ਜੇਕਰ ਕਿਸੇ ਨੇ ਕਿਸੇ ਇੰਡੀਵਿਜੂਅਲ ਨੂੰ ਬੁਲਾਉਣਾ ਹੋਵੇ, ਤੁਹਾਡੀ ਕੀ ਚੀਜ਼ਾਂ ਦੇਖੀਆਂ ਜਾਣਗੀਆਂ, ਕੀ ਰਿਕੁਆਇਰਮੈਂਟਸ ਚਾਹੀਦੀਆਂ ਨੇ? ਦੇਖੋ, ਜੇ ਕਿਸੇ ਨੇ ਬੁਲਾਉਣਾ ਹੋਏ ਇੱਥੇ, ਜਿਨ੍ਹਾਂ ਪਹਿਲਾਂ ਤਾਂ ਦੇਖੋ ਜੈਨੂਨ ਆਫਰ ਹੋਏ, ਜੈਨੂਨ ਦਾ ਸੈਂਸ ਕਿ ਜਿਹੜਾ ਇੰਪਲੋਇਰ ਉਹਨੂੰ ਜੈਨੂਨਲੀ ਲੋਡ ਹੋਏ ਆਪਣੇ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਸਾਂਭਣ ਵਾਸਤੇ। ਜਿਵੇਂ ਉਹਨਾਂ ਨੇ ਕਿਹਾ ਕਿ ਸਿਰਫ ਬਜ਼ੁਰਗ ਹੀ ਹੈ ਤੇ ਉਹਨਾਂ ਦੇ ਕੋਈ ਬੱਚੇ ਨਹੀਂ ਹੋਣੇ ਜਾਂ ਦੂਰ ਰਹਿੰਦੇ ਜਾਂ ਆਸੇ ਪਾਸੇ ਹੈ, ਈਵਨ ਬਜ਼ੁਰਗ ਵੀ ਮੰਗਾ ਸਕਦੇ ਆ ਪ੍ਰੋਵਾਈਡਡ ਉਹਨਾਂ ਕੋਲ ਇਨਕਮ ਹੋਏ। ਜੇ ਇਨਕਮ ਨਹੀਂ ਹੈਗੀ ਤਾਂ ਉਹ ਆਪਣੇ ਜਿਹੜੇ ਫੰਡਸ ਹੈਗੇ ਆਪਣੇ ਅਕਾਊਂਟਸ ਦੇ ਵਿੱਚ ਕੈਸ਼ ਪੁਆਇੰਟ ਆਫ ਵਿਊ ਦੇ ਨਾਲ ਦਿਖਾ ਕੇ ਉਹਨਾਂ ਨੇ ਮੈਚ ਕਰਨੀ ਹੈ। ਕਿਉਂ ਇਹਦੇ 'ਚ ਕਈ ਕ੍ਰਾਈਟੇਰੀਆ ਦੇਖੇ ਜਾਂਦੇ ਵੀ ਤੁਸੀਂ ਜਿਹੜੇ ਸਬ ਡਿਵੀਜ਼ਨ 'ਚ ਰਹਿ ਰਹੇ ਹੋ, ਉਹਦੀ ਕਿੰਨੇ ਪਾਪੂਲੇਸ਼ਨ ਹੈ, ਉਹਦੇ ਹਿਸਾਬ ਨਾਲ ਕਿੰਨੀ ਕੈਲਕੂਲੇਸ਼ਨ ਹੈ, ਉਹ ਕੈਲਕੂਲੇਸ਼ਨਸ ਹੈ, ਉਹਦੇ ਵਾਸਤੇ ਤੁਸੀਂ ਉਹਨੂੰ ਬਾਅਦ ਵਿੱਚ ਵੀ ਕੰਟੈਕਟ ਕਰ ਸਕਦੇ ਹੋ। ਇਹਦੇ ਵਿੱਚ ਜਿਹੜਾ ਕ੍ਰਾਈਟੇਰੀਆ ਇੱਕ ਤਾਂ ਹੋ ਗਿਆ ਇਨਕਮ ਹੋਣੀ ਚਾਹੀਦੀ ਹੈ, ਇੱਕ ਤੁਹਾਡੇ ਕੋਲ ਜਿਹਨੇ ਬੁਲਾ ਰਿਹਾ, ਜਿਹਨੂੰ ਵਰਕਰ ਦੀ ਲੋੜ ਹੈ, ਉਹ ਜਾਂ ਤਾਂ 65 ਸਾਲ ਜਾਂ ਇਸ ਤੋਂ ਉੱਪਰ ਉਹਦੀ ਉਮਰ ਹੋਏ, ਕੋਈ ਮੈਡੀਕਲ ਪ੍ਰੋਬਲਮ ਹੁੰਦੀ ਹੋਏ, ਜਾਂ ਉਹ ਡਿਸੇਬਿਲਿਟੀ ਦੇ ਹੋਏ, ਜਾਂ ਉਹ ਕ੍ਰੋਨਿਕ ਇਲ ਹੋਏ।
ਜਾਂ ਜਿਹੜੇ ਬੱਚੇ ਹੈਗੇ ਉਹਨਾਂ ਦੀ ਉਮਰ ਮੈਂ ਕਹਾਂਗਾ 14.5 ਸਾਲ ਤੱਕ ਹੋਏ। ਵੈਸੇ ਤਾਂ ਜਿਹੜਾ ਆਨਲਾਈਨ ਜਾਂ ਜਿਹੜਾ ਇਨਫੋਰਮੇਸ਼ਨ ਉਹਦੇ 18 ਸਾਲ ਦੀ ਗੱਲ ਕਹਿੰਦੇ ਕਿ 18 ਸਾਲ ਤੱਕ ਦਾ ਬੱਚਾ ਹੋਏ, ਪਰ ਜੇ 18 ਸਾਲ ਦਾ ਆਪਾਂ ਕੈਲਕੂਲੇਸ਼ਨ ਕਰੀਏ, 18 ਸਾਲ ਦਾ ਤੁਸੀਂ ਅਪਲਾਈ ਕੀਤਾ, ਸਾਲ 1.5 ਸਾਲ ਲੱਗ ਰਿਹਾ ਆਉਣ ਦੇ ਵਿੱਚ, ਤੇ 19.5 ਸਾਲ ਦਾ ਬੱਚਾ ਹੋ ਗਿਆ ਤਾਂ ਉਹ ਤਾਂ ਅਡਲਟ ਹੋ ਹੀ ਗਿਆ ਪਹਿਲਾਂ ਹੀ। ਤਾਂ ਇਹਦੇ ਕਰਕੇ ਮੈਂ 14.5 ਸਾਲ ਤੱਕ ਦਾ ਬੱਚੇ ਨੂੰ ਅਪਲਾਈ ਕਰਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ 14.5 ਦੇ ਵਿੱਚ ਜੇ 1.5 ਸਾਲ ਵੀ ਤੁਹਾਨੂੰ ਇੱਥੇ ਲੱਗ ਗਿਆ ਪਹੁੰਚਦੇ ਤਾਂ ਫਿਰ ਵੀ 16 ਸਾਲ ਹੋ ਗਿਆ, ਤੇ 2 ਸਾਲ ਹੋਰ ਹੋ ਕੇ 18 ਸਾਲ ਦੇ ਬਾਅਦ ਤੁਹਾਡੀ ਜਿਹੜੀ PR ਜਿਹੜੀ ਤੁਹਾਨੂੰ ਹੈ ਉਹ ਤੁਹਾਨੂੰ ਮਿਲਣ ਦੀ ਆਸ ਹੈ। ਨਹੀਂ ਤਾਂ ਤੁਹਾਨੂੰ ਜਿਹੜਾ ਇੰਪਲੋਇਰ ਹੈ ਉਹ ਬਦਲਣਾ ਪੈ ਸਕਦਾ, ਕਿਉਂਕਿ ਜੇ ਬੱਚੇ ਦੀ ਉਮਰ ਵੱਧ ਕੇ ਆਲਰੇਡੀ 18 18.5 ਸਾਲ ਦੀ 18.5 ਦੀ ਹੋ ਗਈ ਔਰ ਤੁਸੀਂ ਅਜੇ ਤੁਹਾਡਾ 1.5 ਸਾਲ ਹੀ ਹੋਇਆ ਹੈ ਪ੍ਰੋਗਰਾਮ ਦੇ ਵਿੱਚ, ਫਿਰ ਤੁਹਾਨੂੰ ਇੰਪਲੋਇਰ ਬਦਲਣਾ ਪੈ ਸਕਦਾ ਹੈ। ਔਰ ਇਹ ਪ੍ਰੋਗਰਾਮ ਇੰਨਾ ਚੰਗਾ ਹੈ ਕਿ ਤੁਸੀਂ ਇੰਪਲੋਇਰ ਬਦਲ ਸਕਦੇ ਹੋ ਆਪਣਾ। ਇਹ ਹੈਗਾ ਰਿਸਟ੍ਰਿਕਟਿਡ ਓਪਨ ਆਕੂਪੇਸ਼ਨ ਬੇਸਡ ਰਿਸਟ੍ਰਿਕਟਿਡ ਓਪਨ ਵਰਕ ਪਰਮਿਟ। ਇਹਦਾ ਮਤਲਬ ਕਿ ਤੁਸੀਂ ਇੰਪਲੋਇਰ ਬਦਲ ਸਕਦੇ ਹੋ, ਪਰ ਜੇ ਤੁਸੀਂ ਬੱਚੇ ਸਾਂਭਣ ਆਏ ਹੋ ਤਾਂ ਬੱਚਿਆਂ ਦੇ ਵਿੱਚ ਹੀ ਤੁਸੀਂ ਅੱਗੇ ਜੇ ਨੌਕਰੀ ਕਰੋਗੇ ਤਾਂ ਤੁਹਾਡੀ ਜਿਹੜੀ ਪੁਰਾਣੀ ਜਿਹੜੀ ਨੌਕਰੀ ਕੀਤੀ ਗਈ ਹੈ ਉਹ ਮੰਨੀ ਜਾਏਗੀ। ਤਾਂ ਉਹ ਇਹ ਹੈ ਕਿ ਵੀ ਡੇਟ ਦਾ ਤੁਹਾਡੇ 2 ਸਾਲ ਹੋ ਗਏ ਤਾਂ ਤੁਸੀਂ ਆਪਣੀ ਇਮੀਗ੍ਰੇਸ਼ਨ ਦਾ ਤੁਸੀਂ ਕੇਸ ਪਹਿਲਾਂ ਹੀ ਅਪਲਾਈ ਕੀਤਾ ਹੁੰਦਾ ਹੈ, ਵਰਕ ਪਰਮਿਟ ਪਲੱਸ PR ਲਾਈ ਹੋਈ ਹੈ, ਬਸ ਤੁਸੀਂ ਗਵਰਨਮੈਂਟ ਨੂੰ ਇਹ ਦਿਖਾਣਾ ਕਿ ਮੈਂ 2 ਸਾਲ ਕੰਮ ਕੀਤਾ, ਉਹ ਇਕੱਠੇ ਕਰਕੇ ਆਪਣੇ ਪੇ ਸਟਾਪਸ ਗਵਰਨਮੈਂਟ ਨੂੰ ਭੇਜ ਦੇਣੇ ਹੈ, ਗਵਰਨਮੈਂਟ ਨੇ ਫਾਈਨਲਾਈਜ਼ ਕਰ ਦੇਣਾ, ਇਮੀਗ੍ਰੇਸ਼ਨ ਨੇ ਫਾਈਨਲਾਈਜ਼ ਕਰ ਦੇਣਾ, ਤੁਹਾਨੂੰ PR ਸਾਰੀ ਫੈਮਿਲੀ ਨੂੰ ਮਿਲ ਜਾਣੀ ਹੈ। ਜੀ ਸਰ, ਜਿਵੇਂ ਪੈਂਡੈਮਿਕ ਕਰਕੇ ਕਈਆਂ ਦੀ ਜੌਬ ਇਸ ਵਕਤ ਚਲੀ ਵੀ ਗਈ ਹੋਣੀ ਹੈ ਕਿ ਉਹ ਕਿਸੇ ਦੂਸਰੇ EMPLOYER ਕੋਲ ਵਰਕ ਕਰ ਸਕਦੇ ਆ ਜੇਕਰ ਕੋਈ ਹੋਰ ਉਹਨਾਂ ਨੂੰ ਰੈਡੀ ਹੋਵੇ? ਨਹੀਂ, ਉਹ ਕੋਈ ਇਹ ਹੈ ਕਿ ਜੇ ਕੋਈ ਹੋਰ EMPLOYER ਰੈਡੀ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਉਹ ਬੱਚੇ ਸਾਂਭਣ ਆਏ ਹੈ ਤਾਂ ਬੱਚਿਆਂ ਵਾਲਾ ਹੀ ਘਰ ਅੱਗੇ ਦੇਖਣ, ਔਰ ਇਹ ਬੜਾ ਅੱਛਾ ਤਰੀਕਾ ਹੈ ਲੱਭਣ ਦਾ ਵੀ। ਮੈਂ ਇਹ ਵੀ ਦੱਸਣਾ ਚਾਹਾਂਗਾ, ਇਹਦੇ 'ਚ ਗਵਰਨਮੈਂਟ ਦੀਆਂ ਜੌਬ ਬੈਂਕ ਦੀਆਂ ਵੈਬਸਾਈਟਸ ਹੈਗੀਆਂ, ਉਹਦੇ 'ਚ ਜਾਓ, ਉੱਥੇ ਨੈਨੀ ਲਿਖੋ, ਡਿਫਰੈਂਟ ਕੀਵਰਡਸ ਪਾਓ, ਨੈਨੀ, ਕੇਅਰ ਗਿਵਰ, ਚਾਈਲਡ ਕੇਅਰ, ਪਰਸਨਲ ਸਪੋਰਟ ਵਰਕਰ, ਕੇਅਰ, ਐਲਡਰਲੀ ਕੇਅਰ, ਉੱਥੇ ਹਜ਼ਾਰਾਂ ਦੇ ਤਾਦਾਦ ਦੇ ਵਿੱਚ ਜਿਹੜੇ EMPLOYERS ਆ ਤੁਹਾਨੂੰ ਉੱਥੇ ਲੱਭ ਜਾਂਦੇ ਆ, ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਇਹ ਮੈਂ EMPLOYER ਲੱਭਣ ਦਾ ਤਰੀਕਾ ਦੱਸ ਰਿਹਾ। ਇਸ ਬਾਰੇ ਗੱਲ ਕਰ ਰਹੇ ਹਾਂ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਬੇਟਾ ਜੀ, ਬਈ ਇੱਕ ਤੁਸੀਂ ਦੱਸ ਰਹੇ ਹੋ ਵੀ 14.5 ਸਾਲ ਦਾ ਬੱਚਾ ਹੋਵੇ ਜਾਂ 18 ਸਾਲ ਤੋਂ ਘੱਟ ਹੋਵੇ, ਉਹ ਤਾਂ ਆਪਣੇ ਆਪ ਨੂੰ ਸਾਂਭਣ ਜੋਗਾ ਬੱਚਾ ਹੁੰਦਾ, ਵੀ ਇੰਨੇ ਵੱਧੇ ਦੇ ਬੱਚਿਆਂ ਦਾ ਵੀ ਹੋ ਸਕਦਾ? ਉਹਦਾ ਖਾਣਾ ਵੀ ਤਾਂ, ਰੋਟੀ ਵੀ ਤਾਂ ਬਣਾਉਣੀ ਆ ਉਹਦੀ, ਕੋਈ ਉਹ ਵੀ ਤਾਂ ਮਿਲੇ ਨਾ, ਕੋਈ ਆ ਕੇ ਨੈਨੀ ਆ ਕੇ ਉਹਦਾ ਖਾਣਾ ਵੀ ਨਾ ਬਣਾਏ। ਕਈ ਵਾਰੀ ਮਾਂ ਬਾਪ ਦੋਨੋਂ ਘਰ ਤੋਂ ਬਾਹਰ ਹੈਗੇ ਤੇ ਉਹਨੂੰ, ਕਿਉਂਕਿ ਇਹ ਜਿਹੜੀ ਰਿਕੁਆਇਰਮੈਂਟ ਮੈਂ ਕਹਿ ਰਿਹਾ 18 ਸਾਲ ਦੀ, ਚਾਹੇ ਵੱਡਾ ਹੋ ਵੀ ਗਿਆ, ਇਹ ਤਾਂ ਰਿਕੁਆਇਰਮੈਂਟ ਇਮੀਗ੍ਰੇਸ਼ਨ ਦੀ ਹੈ। ਮੈਂ ਤਾਂ ਇਮੀਗ੍ਰੇਸ਼ਨ ਦੇ ਲਾਜ਼ ਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ। ਉਹਨਾਂ ਨੇ ਕਿਹਾ ਹੋਇਆ ਕਿ ਜੀ 18 ਸਾਲ ਦਾ ਬੱਚਾ ਹੋ ਸਕਦਾ ਹੈ। ਇਹ ਹੁਣ ਕਿਉਂ ਉਹ ਕਹਿੰਦੇ ਵੀ ਨਾ ਅਡਲਟ ਉਹ ਆਪਣੇ ਆਪ ਨੂੰ ਸਾਂਭ ਲੈਂਦਾ, ਹੋ ਸਕਦਾ ਉਹ ਖਾਣਾ, ਉਹਨੂੰ ਪੰਜਾਬੀ ਖਾਣਾ ਖਾਣ ਦੀ ਆਦਤ ਹੋਏ, ਨਾ ਉਹ ਤਾਂ ਤੜਕੇ ਲੱਗਦੇ ਹੋਣ, ਉਹਨੂੰ ਇੱਕ ਨੈਨੀ ਚਾਹੀਦੀ ਜੋ ਉਹਦੇ ਵਾਸਤੇ ਖਾਣਾ ਬਣਾ ਸਕਦੀ ਹੋਏ। ਇਹ ਤਾਂ ਅਲਾਊਡ ਹੈ, ਜਿਹੜੀ ਨੈਨੀ ਉਹ ਖਾਣਾ ਤਾਂ ਬਣਾ ਸਕਦੀ ਹੈ। ਜੀ ਬਿਲਕੁਲ, ਬਹੁਤ ਹੀ ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ। ਜੀ ਬਈ ਕਿੰਨਾ ਜੀ, ਕੁਝ ਪੁੱਛਣਾ ਚਾਹੁੰਦੇ ਹੋ ਜੀ ਤੁਸੀਂ? ਜੀ ਸ਼ਾਇਦ ਸਾਡੇ ਕਾਲਰ ਨੇ ਕਾਲ ਕੱਟ ਦਿੱਤੀ ਹੈ। ਸਰ, ਜਿਵੇਂ ਇਹਨਾਂ ਨੇ ਗੱਲ ਕਰੀ ਸੀ, ਆਪਾਂ ਗੱਲ ਕਰ ਸੀ EMPLOYER ਲੱਭਣ ਦੇ ਬਾਰੇ ਵਿੱਚ, ਆਪਾਂ ਇਹਨਾਂ ਦੇ ਇੱਕ ਟੌਪਿਕ ਤੇ ਵੀ ਆਵਾਂਗੇ। ਪਹਿਲਾਂ EMPLOYER ਲੱਭਣ ਦੀ ਤੁਸੀਂ ਗੱਲ ਕਰ ਸੀ ਕਿ ਸਰਕਾਰੀ ਵੈਬਸਾਈਟ ਦੇ ਉੱਤੇ ਜਾ ਕੇ ਇਹ jobbank.gc.ca ਵੈਬਸਾਈਟ ਹੈ। ਮੈਂ ਕੱਲ ਰਾਤ ਨੂੰ ਹੀ ਇਹਦੀ ਵਿੱਚ ਸਕੈਨ ਕਰ ਰਿਹਾ ਸੀਗਾ, ਮੈਂ ਵੱਖ-ਵੱਖ ਉਹ ਲਿਖ ਕੇ ਦੇਖ ਰਿਹਾ ਸੀ। ਜਿਵੇਂ ਨੈਨੀ ਮੈਂ ਲਿਖਿਆ ਤੇ ਆਲ ਓਵਰ ਕੈਨੇਡਾ 'ਚ ਰਿਜ਼ਲਟ ਆ ਗਏ 433 EMPLOYERS ਲੱਭ ਰਹੇ ਹਨ ਨੈਨੀਜ਼ ਨੂੰ। ਜੇ ਮੈਂ ਲਿਖਾਂ ਚਾਈਲਡ ਕੇਅਰ, ਉਹ ਚੀਜ਼ ਉਹੀ ਹੈ, ਨੈਨੀ ਕਹਿ ਦਿਓ ਚਾਹੇ ਚਾਈਲਡ ਕੇਅਰ ਕਹਿ ਦਿਓ, ਉਹਦੇ 1380 ਰਿਜ਼ਲਟ ਆ ਗਏ। 1380 EMPLOYER ਲੱਭ ਰਹੇ ਨੇ ਕੇਅਰ ਗਿਵਰਸ ਨੂੰ। ਜੇ ਮੈਂ ਲਿਖਦਾ ਪਰਸਨਲ ਕੇਅਰ ਪ੍ਰੋਵਾਈਡਰ ਜਾਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ, ਉਹ 'ਚ ਫਿਰ 600 ਆ ਜਾਂਦੇ ਆ। ਇਸ ਤਰ੍ਹਾਂ ਕਰਾ ਕੇ 2000 ਦੇ ਕਰੀਬ EMPLOYER ਮੈਨੂੰ ਲੱਭ ਗਏ। ਇਹ ਇੱਕ ਤਰੀਕਾ EMPLOYER ਲੱਭਣ ਦਾ, ਕਿਉਂਕਿ ਉਹ ਗਵਰਨਮੈਂਟ ਦੀ ਵੈਬਸਾਈਟ ਹੈ। ਜਿਹਨੂੰ ਨਹੀਂ ਲੋਕਲ ਲੱਭ ਰਿਹਾ EMPLOYE, ਜਿਹਨੂੰ ਕੈਨੇਡੀਅਨ ਜਾਂ PR ਨਹੀਂ ਲੱਭ ਰਿਹਾ, ਜੇ ਲੱਭ ਰਿਹਾ ਤਾਂ ਬਹੁਤ ਚੰਗਾ, ਉੱਥੇ ਕੈਨੇਡੀਅਨ ਤੇ PR ਵੀ ਉਹਨੂੰ ਅਪਲਾਈ ਕਰਦੇ ਹਨ। ਪਰ ਇੱਕ ਜਿਹੜਾ ਫੋਰਨ ਨੈਸ਼ਨਲ ਹੈ, ਉਹਨੂੰ ਚਾਹੇ ਉਹ ਵਰਲਡ ਦੇ ਕਿਹੜੇ ਵੀ ਦੇਸ਼ ਵਿੱਚ ਹੈ, ਉਹਨੂੰ ਘੱਟੋ ਘੱਟ ਇੱਕ ਪਤਾ ਤਾਂ ਲੱਗ ਗਿਆ ਕਿਹੜਾ EMPLOYER ਹਾਇਰ ਕਰ ਰਿਹਾ। ਜੇ ਉਹ ਕੁਆਲੀਫਾਈਡ ਹੈ ਤਾਂ ਉੱਥੋਂ ਆਪਣਾ EMPLOYER ਲੱਭ ਕੇ ਆਪਣਾ ਕਮਿਊਨੀਕੇਸ਼ਨ ਕਰਕੇ ਆਪਣੇ ਬਾਰੇ ਦੱਸ ਕੇ ਕਿ ਉਹਦੇ ਕੋਲ ਸਾਰਾ ਐਕਸਪੀਰੀਅੰਸ ਹੈ ਜਾਂ ਉਹਦੇ ਕੋਲ ਐਜੂਕੇਸ਼ਨ ਹੈ ਜਾਂ ਉਹਦੇ ਕੋਲ ਪੁਲਿਸ ਕਲੀਅਰੈਂਸ ਉਹਦੀ ਕੰਪਲੀਟ ਹੈ, ਤੇ ਉਹ ਆਪਣਾ ਇੱਥੇ ਆ ਸਕਦਾ। ਜੀ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ ਕੱਲ ਜੀ ਤੋਂ ਬੋਲ ਰਹੇ ਹਾਂ ਜੀ। ਹਾਂਜੀ ਦੱਸੋ ਜੀ, ਕੀ ਸਵਾਲ ਹੈ? ਹਾਂਜੀ, ਸਾਡਾ ਸਵਾਲ ਸੀਗਾ ਜੀ ਵੀ ਤੁਸੀਂ ਦੱਸਦੇ ਨੈਣੀ ਦੇ ਵਿੱਚ ਤੇ ਆਉਣ ਵਾਸਤੇ ਉਹਦੀ ਏਜ ਲਿਮਟ ਵੀ ਹੈ ਜੀ ਕੋਈ? ਕਿਹਦੀ? ਵੀ ਕਿੰਨੀ ਏਜ ਤੱਕ ਨੈਨੀ ਤੇ ਆਉਣ ਲਈ? EMPLOYE ਦੀ ਕਿ ਬੱਚੇ ਦੀ? EMPLOYE ਦੀ ਨਹੀਂ, ਕੋਈ ਏਜ ਅਡਲਟ ਹੋਣਾ ਚਾਹੀਦਾ। ਹੁਣ ਜੇ ਤੁਹਾਡੇ ਪ੍ਰੋਵਿੰਸ 'ਚ 19 ਸਾਲ ਦਾ ਅਡਲਟ ਹੈ ਤਾਂ 19 ਸਾਲ ਦਾ ਘੱਟੋ ਘੱਟ ਹੋਣਾ ਚਾਹੀਦਾ ਜਿਹੜਾ ਇੱਥੇ ਨੈਨੀ ਬੇਸ 'ਤੇ ਆਏ। ਅਤੇ ਅਪਰ ਲਿਮਿਟ ਜਿਹੜਾ ਮੈਂ ਕੀਤਾ ਹੈਗਾ, ਮੈਂ 45 ਸਾਲ ਦੀ ਲੇਡੀ ਮੇਰੇ ਥਰੂ ਆ ਚੁੱਕੀ ਹੈ।
ਜਿੱਦਾਂ ਮੈਂ ਕੀਤਾ ਹੈ। ਅੱਛਾ ਇੱਕ ਮੈਂ 55 ਇਅਰਸ ਦੀ ਉਮਰ ਦਾ ਲੇਡੀ ਦਾ ਕਰ ਰਹੇ ਹਾਂ, ਅਜੇ ਉਹ ਪ੍ਰੋਸੈਸ ਦੇ ਵਿੱਚ ਹੈ ਕਿਉਂਕਿ ਅੱਜ ਕੱਲ੍ਹ ਟਾਈਮ ਲੱਗ ਰਿਹਾ। ਪਰ ਇਹ ਕਿ ਜੇ ਗਵਰਨਮੈਂਟ ਨੇ ਪੇਮੈਂਟ ਲਿੱਤੀ ਹੈ ਤਾਂ ਉਹ ਨਿਪਟਾਰਾ ਤਾਂ ਕਰਨਗੇ, ਦੇਖਣਗੇ ਵੀ ਉਹ ਜਿਹੜੇ ਜੋ ਕੁਆਲੀਫਾਈ ਕਰ ਰਿਹਾ ਕਿ ਨਹੀਂ ਉਸ ਤਰ੍ਹਾਂ ਦਾ ਜੀ ਕਲਾਇੰਟ। ਸ਼ੁਕਰੀਆ ਜੀ ਕਾਲ ਕਰਨ ਦੇ ਲਈ ਜੀ, ਸ਼ੁਕਰੀਆ ਕਾਲ ਕਰਨ ਦੇ ਲਈ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਸੋਢੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ ਦੱਸੋ ਕੀ ਸਵਾਲ ਹੈ? ਸਰ ਮੇਰਾ ਕੁਝ ਨਹੀਂ, ਇਹ ਵੀ ਫੈਮਿਲੀ ਇਨਕਮ ਕਿੰਨੀ ਹੋਣੀ ਚਾਹੀਦੀ ਹੈ ਜੇ ਆਪਾਂ ਨੈਣੀ ਬੇਸ ਤੇ ਬੁਲਾਉਣਾ ਹੋਵੇ? ਕਿਹੜਾ ਅਲਬਰਟਾ ਤੋਂ ਬੋਲਦੇ ਹੋ ਤੁਸੀਂ? ਨਹੀਂ ਸਰ, ਮਿਸੀਸਾਗਾ ਤੋਂ ਨਹੀਂ, ਮਿਸੀਸਾਗਾ। ਮੈਂ ਮਿਸੀਸਾਗਾ ਤੋਂ ਹਾਂ, ਤੇ ਤੁਸੀਂ ਦੱਸੋ ਫੈਮਿਲੀ 'ਚ ਕਿੰਨੇ ਮੈਂਬਰ ਆ ਤੁਹਾਡੇ? ਸਾਡੇ ਮੈਂਬਰ 2 ਬੱਚੇ ਜੀ, 2 ਅਸੀਂ ਟੋਟਲ 4 ਮੈਂਬਰ। 4 ਮੈਂਬਰਸ ਹੋ ਅਪਰੋਕਸੀਮੇਟਲੀ, ਕਿਉਂਕਿ ਇਹ ਓਨਟਾਰੀਓ ਤਾਂ ਇਹਦਾ ਥੋੜ੍ਹਾ ਜਿਹਾ ਮੈਨੂੰ ਪਤਾ ਹੈ। ਤੇ ਅਪਰੋਕਸੀਮੇਟਲੀ ਤੁਸੀਂ ਜੇ 4 ਮੈਂਬਰਸ ਹੋ 70,000 ਦੇਖ ਰਹੇ ਹੋ ਤੁਸੀਂ, 70,000 ਦੇ ਕਰੀਬ ਆਪਣੀ ਜਿਹੜਾ ਇਨਕਮ ਹੈ ਤੁਸੀਂ ਉਹ ਦੇਖ ਰਹੇ ਹੋ। 70,000 ਜਿਹੜਾ ਤੁਹਾਡਾ 2019 ਦੀ ਜਿਹੜੀ ਇਨਕਮ ਹੈ ਤੁਹਾਡੀ 2019 70,000, ਠੀਕ ਹੈ ਜੀ। ਤੇ ਮੇਰੀ ਬੇਟੀ ਦੀ ਏਜ 15 ਪਲੱਸ ਹੈ ਜੀ। ਆਪਾਂ ਉੱਥੋਂ ਮਤਲਬ ਦੇਖੋ ਆਪਾਂ ਅਪਲਾਈ ਤਾਂ ਕਰ ਭਾਜੀ, ਅਪਲਾਈ ਤਾਂ ਆਪਾਂ ਕਰ ਸਕਦੇ ਹਾਂ, ਪਰ ਗੱਲ ਇਸ ਤਰ੍ਹਾਂ ਕਿ ਜਿਵੇਂ ਮੈਂ ਦੱਸਿਆ ਕਿ ਅੱਜ ਕੱਲ੍ਹ ਦੇਖੋ ਵੈਸੇ ਤਾਂ ਗਵਰਨਮੈਂਟ ਨੇ ਕਿਹਾ ਜੀ ਸਾਲ ਲੱਗੇਗਾ, ਪਰ ਜੇ 1.5 ਸਾਲ ਲੱਗ ਗਿਆ, 15.5 ਦੀ ਅੱਜ ਹੈ, ਉਹ 17 ਦੀ ਹੋ ਗਈ, ਉਹ ਬੰਦਾ ਆ ਵੀ ਗਿਆ ਇੱਥੇ, ਪਰ ਤੁਹਾਨੂੰ ਕੋਈ ਨਾ ਕੋਈ ਉਹਨੂੰ ਇੱਥੇ ਬੈਠ ਕੇ ਕੋਈ ਹੋਰ ਜੈਨੂਅਨ ਇੰਪਲੋਇਰ ਲੱਭਣਾ ਪਏਗਾ ਜਿਹਨੂੰ ਕਿ ਲੋੜ ਹੈ, ਤੇ ਤੁਹਾਨੂੰ ਉਹਨੂੰ ਸ਼ਿਫਟ ਕਰਨਾ ਪਏਗਾ ਉੱਥੇ, ਨਹੀਂ ਤਾਂ ਉਹਦੀ ਇਮੀਗ੍ਰੇਸ਼ਨ ਕੋਈ ਨਹੀਂ ਹੋਣੀ। ਜਾਂ ਜੇ ਉਹ ਮੈਰਿਡ ਹੈ, ਜੇ ਉਹਦਾ ਸਪਾਊਸ ਦੇ ਕੋਲ ਕੁਆਲੀਫਿਕੇਸ਼ਨ ਹੈ ਜਾਂ ਉਹ ਇੱਥੇ ਆ ਕੇ ਕੁਛ ਨਾ ਕੁਛ ਕਰ ਸਕਦਾ ਹੋਏ, ਤੇ ਸਪਾਊਸ ਵੀ ਪੱਕਾ ਹੋ ਸਕਦਾ ਕਿ ਉਹਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਸਪਾਊਸ ਨੂੰ। ਜਿਹੜਾ ਤੁਸੀਂ ਗੱਲ ਕਰ ਰਹੇ ਹੋ, ਜਿਹੜੀ ਤੁਸੀਂ ਜਿਹਨੂੰ ਇੰਪਲੋਈ ਤੁਸੀਂ ਸ਼ਾਰਟਲਿਸਟ ਕੀਤਾ ਹੈ, ਕਿ ਉਹ ਇੰਪਲੋਈ ਮੈਰਿਡ ਹੈ ਜਾਂ ਸਿੰਗਲ ਹੈ? ਜਿਹੜਾ ਬੰਦਾ ਬੁਲਾਉਣਾ ਉਹਦੀ ਇੰਪਲਾਈ ਦੀ ਗੱਲ ਕਰਦੇ ਹਾਂ। ਇੰਪਲੋਈ ਦੀ ਗੱਲ ਕਰ ਰਹੇ ਹਾਂ ਜੀ। ਇੰਪਲੋਈ ਸਿੰਗਲ ਹੈ ਮੈਰਿਡ ਹੈ ਇੰਡੀਆ ਤੋਂ? ਉਹ ਮੈਰਿਡ ਜੀ, ਮੈਰਿਡ। ਹਾਂ, ਮੈਰਿਡ ਹੈ, ਉਹਦਾ ਸਪਾਊਸ ਹੈ, ਉਹਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਤੋਂ ਕੀ ਲੱਗਦਾ ਤੁਹਾਨੂੰ? ਕੀ ਐਜੂਕੇਸ਼ਨ ਹੈ? ਪੜ੍ਹਿਆ ਲਿਖਿਆ ਹੈ? 12ਵੀਂ ਪਾਸ ਹੈ? ਹਾਂਜੀ, ਫਾਰਮਰ ਹੈ? ਹੈਗੇ ਜੀ, ਉਹ ਇੱਕ ਪੋਸਟ ਗ੍ਰੈਜੂਏਟ ਹੈ, ਇੱਕ ਗ੍ਰੈਜੂਏਟ ਹੈ। ਬਸ ਠੀਕ ਹੈ। ਫਿਰ ਜੇ ਉਹ ਤੁਹਾਨੂੰ ਲੱਗਦਾ ਕਿ ਜਿਹੜਾ ਸਪਾਊਸ ਹੈ ਉਹ ਆਪਣੇ ਬਲਬੂਤੇ 'ਤੇ ਪੱਕਾ ਹੋ ਸਕਦਾ, ਉਹਨੂੰ ਨਹੀਂ ਨੈਣੀ ਦੇ ਸਹਾਰੇ ਦੀ ਲੋੜ, ਉਹ ਪੱਕਾ ਇਸ ਤਰ੍ਹਾਂ ਹੋ ਜਾਏਗਾ। ਨਹੀਂ ਤਾਂ ਜੇ ਉਹ ਇੱਥੇ ਪਹੁੰਚਦੇ 17 ਸਾਲ ਦਾ ਬੱਚਾ ਹੋ ਗਿਆ ਤੁਹਾਡਾ, ਤੇ ਤੁਹਾਨੂੰ ਪਤਾ ਜਦ ਤੱਕ 2 ਸਾਲ ਉਹ ਪੂਰਾ ਨਹੀਂ ਕੰਮ ਕਰਨਗੇ ਤਾਂ ਇਮੀਗ੍ਰੇਸ਼ਨ ਪ੍ਰਾਪਤ ਕੋਈ ਨਹੀਂ ਹੋਣੀ। ਫਿਰ ਉਹਨੂੰ ਆਪਣਾ ਕੋਈ ਹੋਰ ਇੰਪਲੋਏ ਲੱਭ ਕੇ ਆਪਣਾ ਜਿਹੜਾ ਪੁਰਾਣਾ ਉਹਦਾ ਐਕਸਪੀਰੀਅੰਸ ਹੈ ਸਾਲ ਦਾ, ਪਲੱਸ ਸਾਲ ਇੱਕ ਹੋਰ ਲਗਾ ਕੇ ਤੇ ਆਪਣੇ 2 ਸਾਲ ਦੀਆਂ ਪੇ ਸਟੱਬਸ ਇਮੀਗ੍ਰੇਸ਼ਨ ਨੂੰ ਭੇਜਦੀਆਂ, ਤੇ ਉਹਦੇ ਉੱਤੇ ਉਹਨਾਂ ਨੇ ਨਿਪਟਾਰਾ ਕਰਕੇ ਸਾਰੀ ਫੈਮਿਲੀ ਨੂੰ ਇਮੀਗ੍ਰੇਸ਼ਨ ਦੇਣੀ ਹੈ, ਪਰਮਾਨੈਂਟ ਰੈਜ਼ੀਡੈਂਸੀ ਦੇਣੀ ਹੈ। ਠੀਕ ਹੈ ਸਰ, ਥੈਂਕ ਯੂ ਵੈਰੀ ਮਚ। ਮੈਂ ਤੁਹਾਡੇ ਆਫਿਸ ਪਹੁੰਚਣ ਲੱਗਾ, ਫਿਰ ਆਪਾਂ ਗੱਲਬਾਤ ਕਰਾਂਗੇ। ਸ਼ੁਕਰੀਆ ਜੀ, ਸ਼ੁਕਰੀਆ ਕਾਲ ਕਰਨ ਦੇ ਲਈ। ਤੇ ਸਰ ਤੁਸੀਂ ਇਹ ਤਾਂ ਦੱਸ ਦਿੱਤਾ ਕਿ ਰਾਈਟ ਨਾਓ ਤੁਸੀਂ, ਜਿਵੇਂ ਮੈਮ ਨੇ ਵੀ ਪਹਿਲਾਂ ਕਿਹਾ ਸੀ ਕਿ ਬੱਚਿਆਂ ਦੀ ਏਜ ਲਿਮਿਟ ਜਿਹੜੀ ਹੋਣੀ ਚਾਹੀਦੀ ਹੈ, ਬੜੀ ਇੱਥੇ ਕਲੀਅਰਲੀ ਤੁਸੀਂ ਇੱਥੇ ਗੱਲ ਕੀਤੀ ਆ ਕਿ ਜੇਕਰ ਬੱਚਾ 17 ਤੱਕ ਦਾ ਹੋ ਜਾਂਦਾ, ਇਮੀਗ੍ਰੇਸ਼ਨ ਦੇ ਵਿੱਚ ਇੱਥੇ ਪ੍ਰੋਬਲਮ ਆ ਸਕਦੀ ਹੈ ਕਿ ਜਾ ਕੇ। ਇਮੀਗ੍ਰੇਸ਼ਨ ਪ੍ਰੋਬਲਮ ਨਹੀਂ ਆ ਰਹੀ, ਤੁਸੀਂ ਇੰਪਲੋਇਰ ਕੋਈ ਹੋਰ ਲੱਭ ਕੇ ਬਦਲ ਲਓ, ਕਿਉਂਕਿ ਪਹਿਲਾਂ ਤਾਂ ਕ੍ਰਾਈਟੇਰੀਆ ਨਹੀਂ ਸੀ। ਪਹਿਲਾਂ ਤੁਹਾਨੂੰ LMI ਕਰਾਉਣੀ, ਦੇਖੋ ਪਹਿਲਾਂ LMI ਕਰਾਉਣੀ ਪੈਂਦੀ ਸੀ ਬਾਰ-ਬਾਰ, ਇਹ ਦੁਬਾਰਾ ਤੋਂ ਦੇਖੋ ਜੀ ਮਾਰਕੀਟ 'ਚ ਲੋੜ ਹੈ ਕਿ ਨਹੀਂ ਲੋੜ। ਹੁਣ ਇਹ ਜਿਹੜਾ ਨਵਾਂ ਪ੍ਰੋਗਰਾਮ ਆਇਆ ਇਹਦੇ 'ਚ ਕੋਈ LMI ਨਹੀਂ ਕਰਾਉਣੀ, ਇਹ ਤਾਂ 4 ਫਾਰਮ ਹੈ ਉਹ ਭਰ ਕੇ ਦੇ ਦੇਣੇ ਆ। ਤਾਂ ਇਹ ਤੁਸੀਂ ਨਵਾਂ ਇੰਪਲੋਏ ਲੱਭ ਲਓ ਜੀ। ਪਰੇਸ਼ਾਨੀ ਕੀ ਹੈ? ਜਦੋਂ ਉਹਨੂੰ ਪਤਾ ਕਿ 1 ਸਾਲ ਹੀ ਚੱਲਣਾ ਹੈਗਾ, 1 ਸਾਲ ਦੇ ਬਾਅਦ ਬੱਚੇ ਨੇ ਆਪਣੀ ਉਮਰ ਅਟੇਨ ਕਰ ਲੈਣੀ ਹੈ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ 2000 ਤਾਂ ਮੈਂ ਤੁਹਾਨੂੰ ਲੱਭ ਕੇ ਦੇਤੀਆਂ, ਆਨਲਾਈਨ ਤੇ ਮਾਰੋ ਸਰਚ, ਤੁਹਾਨੂੰ 2000 ਦਾ ਇੰਪਲੋਏ ਮਿਲ ਗਏ। ਤੁਸੀਂ ਅਗਲੇ ਨੂੰ ਕਹਿ ਸਕਦੇ ਜੀ ਮੈਨੂੰ ਸਾਲ ਹੋ ਗਿਆ ਇੱਥੇ ਕੈਨੇਡੀਅਨ ਮੇਰੇ ਕੋਲ ਐਕਸਪੀਰੀਅੰਸ ਹੋ ਗਿਆ, ਮੈਨੂੰ ਸਾਲ ਹੋ ਗਿਆ ਇੱਥੇ ਕੰਮ ਕਰਦੇ ਨੂੰ, ਮੈਨੂੰ ਰੱਖ ਲਓ। ਕਿਉਂਕਿ ਆਫਟਰ ਉਹਨਾਂ ਨੇ ਜੇ ਐਡ ਕਰਾਈ ਉਹਨੂੰ ਵੀ ਤਾਂ ਲੋੜ ਹੀ ਹੈ ਨਾ। ਸੋ ਇਹ ਹੈ ਕਿ 1 ਸਾਲ ਉੱਥੇ ਕਰ ਲਿਆ, 1 ਸਾਲ ਕਿਤੇ ਹੋਰ ਕਰ ਲਿਆ, ਤੇ ਮਤਲਬ ਦੋਵੇਂ ਐਕਸਪੀਰੀਅੰਸ ਕਾਊਂਟ ਹੋ ਸਕਦੇ, ਦੋਨੋਂ ਐਕਸਪੀਰੀਅੰਸ ਕਾਊਂਟ ਹੋ ਗਏ ਜੀ। ਬਿਲਕੁਲ। ਤੇ ਸਰ ਜਿਵੇਂ ਇੰਟਰਨੈਸ਼ਨਲ ਇਸ ਵਕਤ ਸਟੂਡੈਂਟਸ ਦੀ ਗੱਲ ਕਰੀਏ, ਪੁਆਇੰਟਸ ਮੀਟ ਨਹੀਂ ਕਰ ਪਾ ਰਹੇ ਹੈ, ਉਹਨਾਂ ਲਈ ਕੀ ਇਹ ਬਹੁਤ ਹੀ ਅੱਛਾ ਪ੍ਰੋਗਰਾਮ ਹੈ। ਜਿਵੇਂ ਮੈਂ ਬੱਚਿਆਂ ਨੂੰ ਸਾਂਭਣ ਦੀ ਗੱਲ ਕਹਿਤੀ, 2000 ਤੁਸੀਂ ਇੱਥੇ ਇੰਪਲੋਇਰ ਤੁਹਾਨੂੰ ਮਿਲ ਗਏ। ਅੱਜ ਦੇ ਸਟੈਟਿਸਟਿਕਸ ਹੈ ਜਿਹੜਾ ਕਿ ਵੱਧਦੇ ਘਟਦੇ ਰਹਿੰਦੇ। ਹੁਣ ਜਿਵੇਂ ਇੱਕ ਸਟੂਡੈਂਟ ਹੈ ਜਿਹੜਾ 12ਵੀਂ ਪਾਸ ਕਰਕੇ ਇੱਥੇ ਆਇਆ, ਉਹਨੇ 2 ਸਾਲ ਦੀ ਪੜ੍ਹਾਈ ਕੀਤੀ ਹੈ, ਤੇ 2 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਆਪਾਂ ਉਹ ਇੱਥੇ ਜੇ ਨੌਕਰੀ ਵੀ ਕਰਨ ਬੈਠ ਜਾਂਦਾ, 1 ਸਾਲ ਕਰ ਲਈ, 2 ਸਾਲ ਕਰ ਲਈ, ਦੇਖੋ ਆਪਾਂ ਇਹ ਤਾਂ ਐਕਸਪੈਕਟ ਕਰ ਨਹੀਂ ਸਕਦੇ ਕਿ ਹਰ ਬੱਚਾ ਇੱਥੇ 8777 ਬੈਂਡ ਲੈ ਜਾਏਗਾ। ਜੇ ਲੈ ਵੀ ਜਾਂਦਾ ਹੈ 8777 ਬੈਂਡ, ਤਾਂ ਵੀ ਉਹਦੀ ਇਮੀਗ੍ਰੇਸ਼ਨ ਕੋਈ ਨਹੀਂ ਹੁੰਦੀ। ਫਿਰ LMI ਦਾ ਚੱਕਰ, ਕਈ ਵਾਰੀ ਤੁਸੀਂ ਜਿਵੇਂ ਜਿਹੜੇ ਦੇਸ਼ 'ਚ ਬੈਠੇ, ਜਿਹੜੇ ਤੁਸੀਂ ਦੇਸ਼, ਮੈਂ ਇਸ ਤਰ੍ਹਾਂ ਕਹਿੰਦਾ ਜਿਵੇਂ ਮੈਂ ਪ੍ਰੋਵਿੰਸ 'ਚ ਬੈਠਾ, ਜਿਵੇਂ ਓਨਟਾਰੀਓ 'ਚ ਬੈਠਾ, ਮੇਰਾ ਨਹੀਂ ਮਨ ਕਰਦਾ ਧੱਕੇ ਖਾਣ ਵਾਸਤੇ ਮੈਂ ਅਟਲਾਂਟਿਕ ਪ੍ਰੋਵਿੰਸ ਚੱਲ ਜਾਵਾਂ, ਮੈਂ ਸਸਕਾਚਨ ਚੱਲ ਜਾਵਾਂ, ਮੈਨੀਟੋਬਾ ਚੱਲ ਜਾਵਾਂ, ਨਵੀਂ ਥਾਂ 'ਤੇ ਫਿਰ ਜਾ ਕੇ ਸ਼ੁਰੂਆਤ ਕਰ ਲਾਂ। ਇਸ ਤੋਂ ਚੰਗਾ ਹੈ ਕਿ ਇੱਥੇ ਹੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਸਿਰਫ 5 ਬੈਂਡ ਦੀ ਲੋੜ ਹੈ। ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਸਿਰਫ 5 ਬੈਂਡ ਜਨਰਲ ਆਇਲਟਸ ਵਿੱਚ ਲੈ ਕੇ ਇੱਕ ਇੰਪਲੋਇਰ ਲੱਭ ਕੇ, ਜਿਹਨੂੰ ਜੈਨੂਨ ਨੀਡ ਹੈ ਇੱਕ ਆਪਣੇ ਬੱਚੇ ਨੂੰ ਸਾਂਭਣ ਵਾਸਤੇ ਜਾਂ ਆਪਣੇ ਬੱਚੇ ਦਾ ਖਾਣਾ ਪੀਣਾ ਬਣਾਉਣ ਵਾਸਤੇ, ਤਾਂ ਉਹਨੂੰ ਜਿਹਨੂੰ ਜੈਨੂਨ ਨੀਡ ਹੈ ਉਹ ਇਹਨੂੰ ਇੱਥੇ ਉਹਨੂੰ ਪ੍ਰੋਗਰਾਮ ਦੇ ਥੱਲੇ
ਲਿਆਂਦਾ ਜਾ ਸਕਦਾ ਕਿਉਂਕਿ ਉਹਦੇ ਕੋਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਤਾਂ ਹੁੰਦਾ ਹੀ ਹੈ। ਦਰਸ਼ਕ ਜੁੜ ਗਏ ਨੇ, ਇੱਕ ਉਹਨਾਂ ਸਵਾਲ ਲੈ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂ, ਅਸੀਂ ਵੈਨਕੂਵਰ ਆਈਲੈਂਡ ਤੋਂ ਬੋਲਦੇ ਹਾਂ ਜੀ। ਦੱਸੋ ਜੀ, ਕੀ ਸਵਾਲ ਹੈ? ਸਵਾਲ ਇਹ ਆ ਕਿ ਜੇ ਆਪਾਂ ਨੈਣੀ ਦੇ ਕਿਸੇ ਨੂੰ ਸਪਾਂਸਰ ਕਰਨਾ ਹੋਵੇ ਤਾਂ ਉਹ ਰਿਲੇਟਿਵ ਹੋ ਸਕਦੇ ਹੋ ਸਕਦਾ ਜੀ, ਪੇਰੈਂਟਸ ਲਈ ਗ੍ਰੈਂਡ ਚਾਈਲਡ ਕੋਈ ਤਾਂ ਬਿਲਕੁਲ ਹੋ ਸਕਦਾ ਜੀ, ਜਦ ਤੱਕ ਉਹ ਕੁਆਲੀਫਾਈਡ ਹੈ, ਉਹ ਇੱਕ ਕੁਆਲੀਫਾਈਡ ਕੇਅਰ ਟੇਕਰ ਹੈ, ਕੁਆਲੀਫਾਈਡ ਨੈਨੀ ਹੈ, ਕੁਆਲੀਫਾਈਡ ਜੋ ਹੈ। ਕੁਆਲੀਫਾਈਡ ਕਿਵੇਂ ਹੁੰਦਾ ਹੈ? ਜੇ ਸਪੋਜ਼ ਕਰੋ ਉਹਨੇ BA ਕੀਤੀ ਹੈ, ਤੁਸੀਂ ਉਹਨੂੰ ਇੱਥੇ ਮੰਗਾ ਨਹੀਂ ਸਕਦੇ ਕਿਉਂਕਿ ਉਹਦੇ ਕੋਲ ਰੈਲੀਵੈਂਟ ਐਜੂਕੇਸ਼ਨ ਜਾਂ ਐਕਸਪੀਰੀਅੰਸ ਨਹੀਂ। ਉਹਦੇ ਕੋਲ ਉਹਨੇ BA ਕੀਤੀ ਹੈ, ਉਹ ਤੋਂ ਬਾਅਦ ਉਹਦੇ ਕੋਲ ਤੁਸੀਂ 6 ਮਹੀਨੇ ਤੋਂ ਉਹਨੇ ਨੈਨੀ ਦਾ ਕੋਰਸ ਕੀਤਾ ਹੈ, ਹੁਣ ਉਹ ਕੁਆਲੀਫਾਈਡ ਨੈਨੀ ਕੇਅਰ ਗਿਵਰ ਹੋ ਗਿਆ। ਹੁਣ ਉਹ ਕਿਹੜੇ ਮਰਜ਼ੀ ਦੇ ਉਹ ਕੁੜੀ ਨਰਸ ਹੈ ਤਾਂ ਉਹਨੂੰ ਉਹ ਦੇਖਣਾ ਪਏਗਾ ਕਿ ਵੀ ਉਹਦਾ ਜਿਹੜਾ ਉਹਨੇ ਐਕਸਪੀਰੀਅੰਸ ਲਿੱਤਾ ਉਹ ਕਾਲਜ ਲਿੱਤਾ। ਜੇ ਤੁਸੀਂ ਇੱਥੇ ਐਲਡਰਲੀ ਕੇਅਰ ਵਾਸਤੇ ਮੰਗਾ ਰਹੇ ਹੋ ਤਾਂ ਉਹਨੂੰ ਨੈਨੀ ਪ੍ਰੋਗਰਾਮ ਪੜ੍ਹਨ ਦੀ ਲੋੜ ਕੋਈ ਨਹੀਂ। ਪਰ ਜੇ ਤੁਸੀਂ ਚਾਈਲਡ ਕੇਅਰ ਵਾਸਤੇ ਬੁਲਾ ਰਹੇ ਹੋ ਤੇ ਮੈਂ ਆਪਣੇ ਜਿੰਨੀਆਂ ਵੀ ਮੈਂ ਕੇਸ ਲਗਾਏ ਆ ਮੈਂ ਉਹਨਾਂ ਨੂੰ ਨੈਨੀ ਪੜ੍ਹਾਇਆ। ਜਿਹੜੇ ਕਿਸੇ ਕਲਾਇੰਟ ਨੂੰ ਮੈਂ ਨੈਨੀ ਨਹੀਂ ਪੜ੍ਹਾਇਆ ਉਹ ਫਿਰ ਐਲਡਰਲੀ ਕੇਅਰ ਵਾਸਤੇ ਉਹਨੂੰ ਨੈਨੀ ਕਰਨ ਦੀ ਵੀ ਲੋੜ ਕੋਈ ਨਹੀਂ। ਇੱਕ ਉਹਨੂੰ ਡਾਕੂਮੈਂਟ ਇਵੈਲੂਏਸ਼ਨ ਕਰਾਉਣੀ ਹੈ ਤੇ 5 ਬੈਂਡ ਲੈਣੇ ਹੈ, ਇਹਦੇ ਬੇਸ 'ਤੇ ਉਹਦਾ ਕੇਸ ਲੱਗ ਜਾਏਗਾ। ਜੇ ਉਹ ਤੁਹਾਡੇ ਰਿਸ਼ਤੇਦਾਰ ਵੀ ਹੈ, ਤੁਹਾਡੀ ਆਪਣੀ ਬੱਚੀ ਵੀ ਹੈ ਚਾਹੇ, ਤਾਂ ਵੀ ਉਹ ਕੁਆਲੀਫਾਈ ਕਰਦੀ ਹੈ ਕਿਉਂਕਿ ਉਹ ਕੁਆਲੀਫਾਈਡ ਹੈ। ਓਕੇ ਜੀ, ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਥੈਂਕ ਯੂ ਸੋ ਮਚ। ਸਰ, ਅਸੀਂ ਸਟੂਡੈਂਟਸ ਦੀ ਗੱਲ ਕਰ ਰਹੇ ਸੀ। ਜੇਕਰ ਕਿਸੇ ਸਟੂਡੈਂਟ ਨੂੰ ਤੁਸੀਂ ਦੱਸਦੇ ਹੋ ਕਿ ਇੱਥੇ ਆ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਵੇ ਤਾਂ ਦੇਖੋ, ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋ ਗਿਆ। ਇਹ ਪ੍ਰੋਗਰਾਮ ਇਹ ਕਹਿੰਦਾ ਤੁਸੀਂ 2 ਸਾਲ ਨੌਕਰੀ ਕਰਨੀ ਹੈ, 2 ਸਾਲ ਨੌਕਰੀ ਕਰਕੇ ਆਪਣੇ ਜਿਹੜੇ ਪੇ ਸਟੱਬਸ ਹੈ ਉਹ ਗਵਰਨਮੈਂਟ ਨੂੰ ਭੇਜਣੇ ਤੇ ਇਮੀਗ੍ਰੇਸ਼ਨ ਪ੍ਰਾਪਤ ਕਰਨੀ ਹੈ। ਸੋ ਜਦੋਂ ਤੁਸੀਂ ਇੱਥੇ ਤੁਹਾਨੂੰ ਪਤਾ ਲੱਗ ਗਿਆ 3 ਸਾਲ ਦਾ ਵਰਕ ਪਰਮਿਟ ਹੈ, ਤੁਸੀਂ ਇੱਧਰ ਉੱਧਰ ਸਾਰੇ ਪਾਸੇ ਚੱਕਰ ਕੱਟ ਲਿੱਤੇ, ਦੇਖ ਲਿੱਤਾ ਕਿ ਕੁਝ ਨਹੀਂ ਬਣ ਰਿਹਾ। ਬੜੀ ਤਾਦਾਦ ਵਿੱਚ ਮੈਂ ਵੀ ਦੇਖਿਆ ਕਿ ਸਟੂਡੈਂਟਸ, ਅਸੀਂ ਖੁਦ ਲੋਕਾਂ ਨੂੰ ਕਹਿੰਦੇ ਚਲੇ ਜਾਓ ਬਾਹਰ ਕਿਉਂਕਿ ਓਨਟਾਰੀਓ 'ਚ ਬੈਠੇ ਹੋ ਤੁਹਾਡਾ ਕੁਝ ਬਣ ਨਹੀਂ ਰਿਹਾ। ਤੇ ਉਹਦੇ ਜੇ ਤੁਹਾਨੂੰ ਇਸ ਤਰ੍ਹਾਂ ਦਾ ਇੰਪਲੋਇਰ ਕੋਈ ਲੱਭ ਜਾਂਦਾ 2 ਸਾਲ ਤੁਸੀਂ ਆਪਣੇ ਹੀ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈ ਉਹਦੇ ਸਹਾਰੇ ਤੁਸੀਂ ਕੰਮ ਕਰਕੇ 2 ਸਾਲ ਦਾ ਪੇ ਸਟੱਬਸ ਇਕੱਠੇ ਕਰੋ, ਇਮੀਗ੍ਰੇਸ਼ਨ ਨੂੰ ਭੇਜੋ ਤੇ ਆਪਣੀ PR ਹਾਸਲ ਕਰੋ। ਕਿੰਨੇ ਬੈਂਡਸ ਦੇ ਵਿੱਚ? ਸਿਰਫ 5 ਬੈਂਡ। ਇਹਨੂੰ ਕਹਿੰਦੇ ਸੋ ਗੁੱਡ ਟੂ ਬੀ ਟਰੂ ਜੀ, ਕਿਉਂਕਿ ਜਦ ਤੱਕ ਤੁਸੀਂ ਆਪ ਕੈਲਕੂਲੇਸ਼ਨ ਕਰਕੇ ਦੇਖ ਲਓ, ਜੇ ਤੁਹਾਡੇ 8777 ਬੈਂਡ ਲਗਾ ਕੇ ਵੀ 8 ਮਤਲਬ ਲਿਸਨਿੰਗ ਚੋਂ ਬਾਕੀ ਸਾਰੇ ਚੋਂ 7 ਲੈ ਕੇ ਵੀ ਤੁਹਾਡੇ ਨੰਬਰ ਨਹੀਂ ਪੂਰੇ ਹੁੰਦੇ ਜਿਹੜੇ ਸਪੈਸੀਫਿਕਲੀ 12ਵੀਂ ਪਾਸ ਹੈ। ਈਵਨ ਜਿਨ੍ਹਾਂ ਨੇ PhD ਕੀਤੀ ਹੈ, ਉਮਰ ਥੋੜ੍ਹੀ ਜਿਹੀ ਵੱਧ ਜਾਏ, ਉਹਨਾਂ ਦੇ ਵੀ ਨੰਬਰ ਨਹੀਂ ਪੂਰੇ ਹੁੰਦੇ। 8777 ਬੈਂਡ ਲੈ ਕੇ ਵੀ ਨਹੀਂ ਹੁੰਦੇ। ਉਸ ਤੋਂ ਬਾਅਦ ਤੁਹਾਨੂੰ LMIAs ਲੈਣੀਆਂ ਪੈਂਦੀਆਂ। ਉਹ LMIA ਤੁਹਾਨੂੰ ਕਿੱਥੋਂ ਮਿਲਦੀਆਂ ਨਹੀਂ ਮਿਲਦੀਆਂ ਜਾਂ ਔਖਾ ਹੁੰਦਾ ਮਿਲਣਾ, ਕਿਉਂਕਿ ਉਹ ਵੀ ਇੱਕ ਪ੍ਰੋਸੀਜਰ ਹੈ, ਕਿਉਂਕਿ ਪਹਿਲਾਂ ਪਹਿਲ ਤਾਂ ਕੈਨੇਡੀਅਨਸ ਨੂੰ ਦੇਣੀ ਹੈ। ਪਰ ਜਿਹੜਾ ਇਹ ਪ੍ਰੋਗਰਾਮ ਹੈ ਇਹਦੇ 'ਚ ਉਹਨਾਂ ਨੇ ਕੋਈ ਐਸੀ ਕਹਾਣੀ ਨਹੀਂ ਲਿਖੀ ਕਿ ਤੁਹਾਨੂੰ LMI ਕਰਾਉਣੀ ਹੈ ਜਾਂ ਕਿਵੇਂ ਕਰਾਉਣਾ ਹੈ। ਇਹ ਤਾਂ ਸਿਰਫ ਸਿੱਧਾ ਹੀ ਤੁਸੀਂ ਕਿਸੇ ਦੇ ਵੀ ਘਰ ਜਾ ਕੇ ਉੱਥੇ ਕੰਮ ਕਰਨ ਲੱਗ ਜਾਓ, ਆਪਣਾ ਪੇ ਸਟੱਬ ਚੱਕੋ। ਹਾਂ, ਉਸ ਕੇਸ ਦੇ ਵਿੱਚ ਜੇ ਕਿਸੇ ਕੋਲ ਟਾਈਮ ਥੋੜ੍ਹਾ ਰਹਿ ਗਿਆ, ਸਪੋਜ਼ ਕਰੋ 2 ਸਾਲ ਤੋਂ ਘੱਟ ਰਹਿ ਗਿਆ, ਉਸ ਕੇਸ ਦੇ ਵਿੱਚ ਤੁਹਾਨੂੰ ਇੰਪਲੋਇਰ ਦੀ ਜੌਬ ਆਫਰ ਲੈ ਕੇ ਇੰਪਲੋਇਰ ਇਹਦੇ ਬਾਰੇ ਗੱਲ ਕਰਾਂਗੇ। ਸਰ, ਜਿਹਦੇ ਕੋਲ ਘੱਟ ਸਮਾਂ ਰਹਿ ਗਿਆ ਉਹ ਕਿਵੇਂ ਅਪਲਾਈ ਕਰ ਸਕਦੇ ਨੇ? ਇੱਕ ਦਰਸ਼ਕ ਪਹਿਲਾਂ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਰ ਤੋਂ ਗੱਲ ਪੁੱਛਣੀ ਸੀ ਸੁਪਰ ਵੀਜ਼ਾ ਰਿਗਾਰਡਿੰਗ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਇਟਲੀ ਤੋਂ ਬੋਲ ਰਿਹਾ ਜੀ ਸਰ, ਦੱਸੋ ਜੀ ਕੀ ਸਵਾਲ ਹੈ? ਮੈਂ ਸੁਪਰ ਵੀਜ਼ਾ ਅਪਲਾਈ ਕੀਤਾ ਸੀ ਮਦਰ ਦਾ, ਤੇ ਮੇਰੇ ਮਦਰ ਕੋਲ ਪਹਿਲਾਂ ਵਿਜ਼ਟਰ ਵੀਜ਼ਾ ਹੈਗਾ ਕੈਨੇਡਾ ਦਾ, ਤੇ ਉਹਨਾਂ ਦਾ ਬਾਇਓਮੈਟ੍ਰਿਕ ਦੀ ਲੈਟਰ ਆਈ ਹੈ ਪਿਛਲੇ ਮੰਥ, ਤੇ ਇੰਡੀਆ 'ਚ ਬਾਇਓਮੈਟ੍ਰਿਕ ਬੰਦ ਹੈ। ਜੇ ਆਪਣੇ ਉਹ ਨੈਕਸਟ ਮੰਥ ਆ ਰਹੇ ਹੈ ਜਨਵਰੀ 'ਚ ਇੱਥੇ, ਤੇ ਇੱਥੇ ਸਰਵਿਸ ਕੈਨੇਡਾ ਸੈਂਟਰ 'ਚ ਆਪਣਾ ਬਾਇਓਮੈਟ੍ਰਿਕ ਦੇ ਸਕਦੇ? ਇੰਡੀਅਨ ਪਾਸਪੋਰਟ ਆਉਣਾ ਕੋਈ? ਸਰ, ਉਹਨਾਂ ਦਾ ਸੁਪਰ ਵੀਜ਼ਾ ਲੱਗਿਆ ਹੋਇਆ? ਸੁਪਰ ਵੀਜ਼ਾ ਉਹਨਾਂ ਦਾ ਵਿਜ਼ਟਰ ਵੀਜ਼ਾ ਲੱਗਿਆ, ਸੁਪਰ ਵੀਜ਼ਾ ਦੀ ਬਾਇਓਮੈਟ੍ਰਿਕ ਆਈ ਹੈ, ਤੇ ਵਿਜ਼ਟਰ ਵੀਜ਼ਾ ਜਦੋਂ ਉਹਨਾਂ ਦਾ ਲੱਗਿਆ ਸੀ ਉਦੋਂ ਬਾਇਓਮੈਟ੍ਰਿਕ ਨਹੀਂ ਹੋਏ ਸੀ ਜੀ। ਸਰ, ਕੈਨੇਡਾ ਵਿੱਚ ਪੁੱਛਣਾ ਚਾਹੁੰਦੇ ਨੇ ਆ ਕੇ ਕਰਵਾ ਸਕਦੇ ਨੇ ਜਾਂ ਇੰਡੀਆ ਤੋਂ ਕਰਵਾਉਣਾ ਪੈਣਾ ਆ? ਇਹਦੇ ਬਾਰੇ ਆਪਾਂ ਕੁਝ ਪੁੱਛਣਾ ਜਾਂ ਆਨਸਰ ਦਈਏ ਸਿੱਧਾ ਟੀਵੀ ਸਕਰੀਨ ਤੇ? ਇਹ ਕਦੋਂ ਇਹਨਾਂ ਦਾ ਵੀਜ਼ਾ, ਇਹਨਾਂ ਕੋਲ ਵਿਜ਼ਟਰ ਵੀਜ਼ਾ ਨਾ, ਇਹ ਤਾਂ ਆ ਨਹੀਂ ਪਾ ਰਿਹਾ ਇੱਥੇ। ਕੋਈ ਹੈਗਾ ਇਹਨਾਂ ਦਾ? ਇਹਨਾਂ ਦੀ ਕੈਨੇਡਾ 'ਚ ਕੌਣ ਹੈ? ਹਾਂਜੀ, ਨਹੀਂ, ਇਹ ਤਾਂ ਕਹਿੰਦੇ ਨਿਊਜ਼ੀਲੈਂਡ 'ਚ ਹੈ। ਇਹਨਾਂ ਨਹੀਂ ਜੀ, ਇੱਥੋਂ ਹੀ ਨੇ, ਇਹਨਾਂ ਦੇ ਮਦਰ ਦਾ ਲੱਗਿਆ ਹੋਇਆ ਵਾ ਇਹਨਾਂ ਦੇ ਇੱਥੇ। ਹਾਂ, ਵੇ ਇੱਥੇ ਆ ਕੇ ਕਰਾ ਲੈਣਗੇ ਜੀ, ਇੱਥੇ ਆ ਕੇ ਕਰਵਾ ਸਕਦੇ ਨੇ ਜੀ, ਇੱਥੇ ਆ ਕੇ ਕਰਵਾ ਸਕਦੇ ਨੇ ਤੁਹਾਡੇ ਮਦਰ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ BC ਤੋਂ ਬੋਲਦੇ ਜੀ, ਵੈਨਕੂਵਰ ਜੀ। ਸਵਾਗਤ ਹੈ ਜੀ ਪ੍ਰੋਗਰਾਮ 'ਚ, ਦੱਸੋ ਕੀ ਪੁੱਛਣਾ? ਹਾਂਜੀ, ਅਸੀਂ ਨੈਣੀ ਦੇ ਬਾਰੇ ਪੁੱਛਣਾ। ਜਿੱਦਾਂ ਮੇਰੀ ਕਜ਼ਨ ਇੰਡੀਆ ਹੈ, ਉਹਦਾ ਨੈਣੀ ਦਾ ਕੀਤਾ ਹੋਇਆ, ਤਾਂ ਜਿੱਦਾਂ ਮੇਰਾ ਬੇਬੀ ਹੈ 1 ਸਾਲ ਦਾ, ਉਹਦੇ ਲਈ ਅਸੀਂ ਬੁਲਾ ਸਕਦੇ ਹਾਂ? ਬਿਲਕੁਲ ਬੁਲਾ ਸਕਦੇ ਹੋ। ਮੈਂ ਤਾਂ ਇੱਥੇ ਵੀ ਇੰਨੀ ਵੀ ਗੱਲ ਦੱਸਣਾ ਚਾਹਾਂਗਾ, ਜੇ ਤੁਸੀਂ ਅਜੇ ਫੈਮਿਲੀ ਬੇਬੀ ਹੋ, ਜੇ ਬੱਚਾ ਪੈਦਾ ਨਹੀਂ ਵੀ ਹੋਇਆ, ਤੁਸੀਂ ਤਾਂ ਵੀ ਮੰਗਾ ਸਕਦੇ ਹੋ। ਤੇ ਕਿੰਨੇ ਬੈਂਡ ਚਾਹੀਦੇ ਜੀ? ਉਦਾਂ ਤੋਂ ਦੇ 5.5 ਬੈਂਡ ਆਏ ਹੋਏ ਆ। ਨਹੀਂ, ਉਦਾਂ ਨਹੀਂ ਦੇਖਦੇ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਲਿਸਨਿੰਗ, ਰੀਡਿੰਗ, ਰਾਈਟਿੰਗ, ਸਪੀਕਿੰਗ 'ਚੋਂ ਕਿੰਨੇ। ਇਹ ਨਾ ਹੋਏ ਕਿ ਰਾਈਟਿੰਗ ਦੇ ਵਿੱਚ
ਅਸੀਂ ਇੰਡੀਵਿਜੂਅਲ ਬੈਂਡਸ ਇੱਕ-ਇੱਕ ਦੇਖਦੇ ਹਾਂ, module ਦੇ ਇੱਕ ਜੀ ਉਹ ਮੋਡਿਊਲ ਦੇ ਪੁੱਛ ਰਹੇ ਬੈਂਡ ਦੇਖਦੇ ਹਾਂ ਅਸੀਂ। ਇਹ ਨਾ ਹੋਏ ਕਿਤੇ ਉਹਦੇ ਰੀਡਿੰਗ 'ਚ 3.5 ਹੋਏ, ਬਾਕੀ ਸਾਰੇ ਚੋਂ 5.5 ਲਈ ਬੈਠੀ ਹੋਏ, ਉਹ ਕੁਆਲੀਫਾਈ ਨਹੀਂ ਕਰੇਗੀ। ਰੀਡਿੰਗ ਵਿੱਚ 4, ਬਾਕੀ ਲਿਸਨਿੰਗ, ਸਪੀਕਿੰਗ ਤੇ ਰਾਈਟਿੰਗ 'ਚ 5-5। ਜੀ ਕੱਲੀ ਰੀਡਿੰਗ ਦੀ 4 ਆ, ਦੂਸਰਿਆਂ ਦੇ 5 ਚਾਹੀਦੇ। ਬਾਕੀ ਸਾਰਿਆਂ 'ਚੋਂ 5, ਰੀਡਿੰਗ 'ਚੋਂ 4। ਅੱਛਾ ਜੀ, ਤੇ ਹੋਰ ਇਹਦੇ ਲਈ ਕੀ ਕੀ ਚਾਹੀਦਾ ਜੀ? ਅਸੀਂ ਪੂਰੀ ਡਿਟੇਲ ਚ ਮੈਮ ਇਹ ਪੂਰੀ ਡਿਟੇਲ ਚ ਅਸੀਂ ਜਾਣਕਾਰੀ ਦੇ ਚੁੱਕੇ ਹਾਂ। ਤੁਸੀਂ ਪ੍ਰੋਗਰਾਮ ਨੂੰ ਫੇਸਬੁੱਕ ਤੇ ਬੈਕ ਕਰਕੇ ਦੇਖ ਸਕਦੇ ਹੋ ਜਾਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਮਿਸਟਰ ਸੋਢੀ ਨੂੰ ਉਹਨਾਂ ਦੇ ਨੰਬਰ ਤੇ ਕਾਲ ਕਰ ਸਕਦੇ ਹੋ। ਫਿਲਹਾਲ ਤੁਸੀਂ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕੀਤੀ ਆ। ਸਰ ਅਸੀਂ ਗੱਲ ਕਰ ਰਹੇ ਸੀ, ਤੁਸੀਂ ਦੱਸਿਆ ਸੀ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਦੇ ਕੋਲ ਸਮਾਂ ਘੱਟ ਰਹਿ ਜਾਂਦਾ ਹਾਂ, ਜਿਨ੍ਹਾਂ ਕੋਲ ਸਮਾਂ ਘੱਟ ਹੈ, ਸਪੋਜ਼ ਕਰੋ ਹੁਣ 2 ਸਾਲ ਨਹੀਂ ਬਚੇ, ਕਿਉਂਕਿ ਇਹ ਪ੍ਰੋਗਰਾਮ ਕਹਿੰਦਾ ਵੀ 2 ਸਾਲ ਤੁਸੀਂ ਪੂਰੇ ਹੋ ਗਏ, ਉਸ ਤੋਂ ਬਾਅਦ ਤੁਹਾਨੂੰ ਇੰਪਲੋਇਰ ਦੀ ਜੌਬ ਆਫਰ ਦੀ ਵੀ ਲੋੜ ਕੋਈ ਨਹੀਂ। ਕਿਉਂਕਿ ਜੇ ਤੁਹਾਡੇ 2 ਸਾਲ ਤੋਂ ਘੱਟ ਰਹਿ ਗਿਆ ਸਮਾਂ, ਕਿਉਂਕਿ 1.5 ਸਾਲ ਬੀਤ ਗਿਆ, ਹੁਣ ਕੀ ਕਰੀਏ LMI ਲਈ ਨਹੀਂ ਲਈਏ, ਦੂਜੇ ਪ੍ਰੋਵਿੰਸ ਜਾਈਏ ਨਾ ਜਾਈਏ, ਕੀ ਕਰੀਏ, ਇੰਨੇ 100 ਕੁਐਸਚਨ ਆਉਂਦੇ, ਕਿਉਂਕਿ ਸਟੂਡੈਂਟ ਨੇ ਪੜ੍ਹਾਈ ਵੀ ਕਰਨੀ ਹੈ ਔਰ ਟੈਨਸ਼ਨਾਂ ਵੀ ਰੱਖਣੀਆਂ, ਕਿਉਂਕਿ ਉਹਨਾਂ ਨੇ ਪੱਕੇ ਤਾਂ ਹੋਣੇ, ਇੰਨੇ ਲੱਖਾਂ ਰੁਪਏ ਲਾ ਕੇ ਕੈਨੇਡਾ 'ਚ ਬੈਠੇ। ਤਾਂ ਉਹਦੇ 'ਚ ਇਸ ਤਰ੍ਹਾਂ ਹੈਗਾ ਕਿ ਵੀ ਤੁਸੀਂ ਜੇ ਤੁਹਾਡਾ ਸਮਾਂ ਥੋੜ੍ਹਾ ਰਹਿ ਗਿਆ, ਫਿਰ ਤੁਹਾਨੂੰ ਜੌਬ ਆਫਰ, ਜਿਵੇਂ ਸਪੋਜ਼ ਕਰੋ ਟੋਟਲ 1.5 ਸਾਲ ਰਹਿ ਗਿਆ, 1 ਸਾਲ ਤੁਸੀਂ ਕੰਮ ਕਰਕੇ ਜੌਬ ਆਫਰ ਲੈ ਕੇ, ਕਿਉਂਕਿ ਮੈਂ ਜਿਵੇਂ ਤੁਹਾਨੂੰ ਕਹਿ ਰਿਹਾ ਕਿ ਜਾਂ ਤਾਂ ਨੈਨੀ ਦੇ ਵਿੱਚ ਤੁਸੀਂ 6 ਮਹੀਨੇ ਦਾ ਨੈਨੀ ਦਾ ਪ੍ਰੋਗਰਾਮ ਪੜ੍ਹਿਆ ਹੋਇਆ, ਜਿਵੇਂ ਪਰਸਨਲ ਸਪੋਰਟ ਵਰਕਰ ਦਾ ਡਿਪਲੋਮਾ ਪੜ੍ਹਿਆ ਜਾਂ ਚਾਈਲਡ ਕੇਅਰ ਦਾ ਪੜ੍ਹਿਆ, ਜਾਂ ਤੁਸੀਂ ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੋਇਆ। ਤਾਂ 1 ਸਾਲ ਤੁਸੀਂ ਐਕਸਪੀਰੀਅੰਸ ਲੈਣ ਤੋਂ ਬਾਅਦ ਜੌਬ ਆਫਰ ਲੈ ਕੇ ਇੰਪਲੋਇਰ ਤੋਂ ਤੁਸੀਂ ਆਪਣਾ ਕੇਸ ਅਪਲਾਈ ਕਰ ਦਿੰਦੇ ਹੋ। ਜਿਹੜਾ ਉਹ ਸਾਲ ਤੁਸੀਂ ਨੌਕਰੀ ਕੀਤੀ ਹੈ ਉਹ ਕਾਊਂਟ ਹੋਏਗੀ, ਤੇ ਇਨ ਟੋਟਲ ਤੁਸੀਂ ਕਰੀ ਜਾ ਰਹੇ ਹੋ ਕੰਮ ਆਪਣਾ। ਤੇ ਇਹਦਾ ਇਹ ਵੀ ਬੈਟਰ ਹੋ ਜਾਏਗਾ ਕਿ ਉਹਨੂੰ ਅਪਲਾਈ ਕਰਨ ਤੋਂ ਪਹਿਲਾਂ, ਜਿਵੇਂ ਕਿਉਂਕਿ ਤੁਹਾਡੇ ਕੋਲ ਵਰਕ ਪਰਮਿਟ ਹੈ, ਜਿਵੇਂ ਤੁਸੀਂ ਅਪਲਾਈ ਕੀਤਾ ਨਾਲ ਤੁਸੀਂ ਬ੍ਰਿਜਿੰਗ ਓਪਨ ਲਗਾਤਾ, ਤੁਸੀਂ ਆਪਣਾ ਕੰਮ ਕਰਦੇ ਜਦੋਂ ਤੁਹਾਡੀ ਐਪਲੀਕੇਸ਼ਨ ਖੁੱਲੀ, ਚਾਹੇ 2 ਸਾਲਾਂ ਬਾਅਦ 1 ਸਾਲ ਦਾ ਤੁਸੀਂ ਕੰਮ ਕਰ ਲਿਆ, ਉਸ ਤੋਂ ਬਾਅਦ ਤੁਸੀਂ ਉਹ ਪ੍ਰੋਗਰਾਮ ਦੇ ਥੱਲੇ ਲਗਾਤਾ, ਹੋ ਸਕਦਾ ਤੁਹਾਨੂੰ 6 ਮਹੀਨੇ ਜਾਂ 8 ਮਹੀਨੇ ਬਾਅਦ ਹੋ ਜਾਏ, ਨਾ ਹੋਏ ਤਾਂ 1.5 ਸਾਲ ਬਾਅਦ ਵੀ ਹੋਏ। ਤੁਹਾਨੂੰ ਇਹ ਹੈ ਕਿ ਤੁਹਾਡੀ ਜਦੋਂ ਵੀ ਐਪਲੀਕੇਸ਼ਨ ਖੁੱਲੀ, ਤੁਹਾਨੂੰ ਆਪਣਾ ਇਮੀਗ੍ਰੇਸ਼ਨ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਉਹ ਤੁਹਾਨੂੰ ਪ੍ਰਾਪਤ ਹੋ ਗਈ, ਕਿਉਂਕਿ ਸਾਲ ਤਾਂ ਤੁਸੀਂ ਕੰਮ ਕਰਦੇ ਰਹੇ, ਉਸ ਤੋਂ ਬਾਅਦ ਤੁਸੀਂ ਜੌਬ ਆਫਰ ਲੈ ਕੇ ਇੰਪਲੋਇਰ ਤੋਂ, ਜਿਸ ਇੰਪਲੋਇਰ ਦੇ ਘਰ ਤੁਸੀਂ ਕੰਮ ਕਰ ਰਹੇ ਸੀ, ਜੌਬ ਆਫਰ ਲੈ ਕੇ ਤੁਸੀਂ ਕੇਸ ਨੂੰ ਅਪਲਾਈ ਕਰ ਦਿੱਤਾ, ਆਪਣਾ ਵਰਕ ਪਰਮਿਟ ਤੇ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲਗਾ ਦਿੱਤੀ। ਹੁਣ ਸਾਲ ਤੁਸੀਂ ਪਹਿਲਾਂ ਕੰਮ ਕੀਤਾ, ਸਾਲ ਹੋਰ ਕੰਮ ਕਰ ਲਿਆ, ਜੇ ਸਪੋਜ਼ ਕਰੋ ਸਾਲ 'ਚ ਨਹੀਂ ਨਿਕਲਿਆ, 1.5 ਸਾਲ 'ਚ ਨਿਕਲ ਗਿਆ, ਤੇ 2.5 ਸਾਲ ਹੋ ਗਏ। ਪਰ ਇਹ ਕਿ ਤੁਸੀਂ ਦੇਸ਼ 'ਚ ਬੈਠੇ ਹੋ, 5 ਬੈਂਡ ਤੁਹਾਡੇ ਕੋਲ ਹੈ, ਤੁਹਾਨੂੰ ਕੋਈ ਟੈਨਸ਼ਨ ਨਹੀਂ, ਤੁਹਾਨੂੰ ਕੋਈ ਦੂਜੇ ਪ੍ਰੋਵਿੰਸ ਜਾਣ ਦੀ ਲੋੜ ਨਹੀਂ। ਤੇ ਇੱਥੇ ਵੀ ਜਿਹੜੀ ਇਨਕਮ ਹੈ, ਜਿਹੜੀ ਬੱਚੇ ਨੂੰ ਸਾਂਭਣ ਵਾਲੀ ਜਿਹੜੀ ਮਿਨੀਮਮ ਇਨਕਮ ਹੈ ਗਵਰਨਮੈਂਟ ਦੀ ਓਨਟਾਰੀਓ ਵਾਸਤੇ, ਉਹ $15 ਹੈ। ਸੋ $15 ਘੰਟਾ ਤੁਹਾਨੂੰ ਮਿਲਦਾ ਬੱਚੇ ਸਾਂਭਣ ਵਾਸਤੇ। ਬਜ਼ੁਰਗਾਂ ਨੂੰ ਸਾਂਭਣ ਵਾਸਤੇ ਤੁਹਾਨੂੰ $16.5 ਪਰ ਘੰਟਾ ਮਿਲਦਾ। ਜੀ ਬਿਲਕੁਲ। ਤੇ ਸਰ ਹੁਣ ਲਗਭਗ ਸਭਾ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਇਸ ਵਕਤ ਜਿਹੜੇ ਸਟੂਡੈਂਟਸ ਤੁਹਾਨੂੰ ਦੇਖ ਰਹੇ ਨੇ, ਕਿੰਨੇ ਚਾਂਸਸ ਨੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਜਾਂ ਕੋਈ ਵੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਕਿਹੜੇ ਨੰਬਰਸ ਤੇ ਕਾਲ ਕਰ ਸਕਦਾ? ਆਫਿਸਿਸ ਕਿੱਥੇ ਨੇ? ਹਾਂਜੀ, ਮੇਰਾ ਆਫਿਸ ਬਰੈਂਪਟਨ ਗੁਰਦੁਆਰਾ ਦਸ਼ਮੇਸ਼ ਦਰਬਾਰ ਗੁਰਦੁਆਰਾ, ਉੱਥੇ 4515 ਐਬੀਨੀਜ਼ਰ ਰੋਡ, ਯੂਨਿਟ 215 ਵਿਖੇ ਸਥਿਤ ਹੈ। ਮੇਰਾ ਆਫਿਸ ਫੋਨ ਨੰਬਰ ਹੈ 4168483930। ਤੇ ਮੇਰਾ ਦੂਜਾ ਆਫਿਸ ਮੋਹਾਲੀ ਫੇਜ਼ 6 ਮੋਹਾਲੀ SCF 28 ਫੇਜ਼ 6 ਮੋਹਾਲੀ 'ਚ ਹੈ। ਤੇ ਉੱਥੇ ਵੀ ਮੇਰੇ ਨਾਲ ਜਿਹੜੇ ਲੋਕਲ ਉੱਥੇ ਲੋਕਾਂ ਨੇ ਕਿਸੇ ਨੇ ਕੰਟੈਕਟ ਕਰਨਾ ਹੋਏ, ਕਿਉਂਕਿ ਦੋਨੋਂ ਪਾਸੇ ਸਾਡਾ ਜਿਹੜਾ ਅਸੀਂ ਨੈਨੀ ਨੂੰ ਕਰਦੇ ਹਾਂ ਮੋਸਟਲੀ। ਜੀ ਬਿਲਕੁਲ ਸਰ, ਇੱਕ ਲਾਸਟ ਕਾਲ ਆ ਗਈ, ਆਪਾਂ ਕਾਲ ਜ਼ਰੂਰ ਲੈਣੀ, ਫਿਰ ਇਸ ਤੋਂ ਬਾਅਦ ਆਪਾਂ ਅਲਵਿਦਾ ਲੈਂਦੇ ਹਾਂ, ਕਿਉਂਕਿ ਕਾਲਰ ਨੇ ਕਾਲ ਕਰ ਦਿੱਤੀ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਰਿੰਦਰ ਗੱਲ ਕਰ ਰਿਹਾ ਜੀ, BC ਤੋਂ। ਜੀ ਸਰ ਦੱਸੋ ਜੀ, ਕੀ ਸਵਾਲ ਹੈ? ਮੇਰਾ ਸਵਾਲ ਸੀਗਾ ਜੀ, ਜਿਵੇਂ ਇੰਡੀਆ ਦੇ ਵਿੱਚ ਮੇਰੇ ਨੌਨ ਦੇ ਵਿੱਚ ਹੈਗੇ, ਉਹਨਾਂ ਨੇ ਆਉਣਾ, ਉਹਨਾਂ ਦੀ ਏਜ ਅਰਾਊਂਡ 30 ਹੈ, ਤੇ ਜੌਬ ਕਰਦੇ ਨੇ ਇਸ ਟਾਈਮ ਬੈਂਕ ਦੇ ਵਿੱਚ ਜੀ। ਤੇ ਨੈਨੀ ਪ੍ਰੋਗਰਾਮ ਜੇ ਉਹ ਆਉਣਾ ਚਾਹੁੰਦੇ ਹੈ ਤਾਂ ਉਹਨਾਂ ਨੂੰ ਪਹਿਲਾਂ ਮਤਲਬ ਕੀ ਕੋਰਸ ਹੈ, ਥੋੜਾ ਜਿਹਾ ਮੈਨੂੰ ਡਿਟੇਲ ਦੇ ਕੀ, ਤੇ ਉਹਨਾਂ ਦਾ ਕਿੰਨਾ ਕੁ ਐਕਸਪੈਂਸ ਲੱਗੇਗਾ? ਇੰਪਲੋਇਰ ਸਾਡੇ ਕੋਲ ਨਹੀਂ ਹੈ ਅਜੇ ਇੱਥੇ, ਤੇ ਉਹ ਸਾਰਾ ਕੁਝ ਕਰਨ ਲਈ ਕਿੰਨਾ ਕੀ ਐਕਸਪੈਂਸ ਹੈ, ਕੀ ਪ੍ਰੋਸੀਜਰ ਹੈ? ਦੇਖੋ, ਇੰਪਲੋਇਰ ਤਾਂ ਮੈਂ ਲੱਭ ਕੇ ਦੇ ਨਹੀਂ ਸਕਦਾ, ਉਹ ਤਾਂ ਆਪੇ ਲੱਭਣਾ ਪਏਗਾ। ਜਿਵੇਂ ਮੈਂ ਦੱਸਿਆ ਕਿ ਵੀ ਆਨਲਾਈਨ ਜਾਣ, ਜੌਬ ਬੈਂਕ ਲਿਖ ਲਓ ਤੁਸੀਂ, jobbank.gc.ca, ਉੱਥੇ ਮਾਰੋ ਸਰਚ, ਉੱਥੇ ਤੁਹਾਨੂੰ ਇੰਪਲੋਇਰ ਹਜ਼ਾਰਾਂ ਦੀ ਤਾਦਾਦ ਵਿੱਚ ਇੰਪਲੋਇਰ ਮਿਲਣਗੇ। ਬਾਕੀ ਉਹਨਾਂ ਨੂੰ ਨੈਨੀ ਦਾ ਪ੍ਰੋਗਰਾਮ ਪੜ੍ਹਨਾ ਪਏਗਾ। ਵੱਖ-ਵੱਖ ਪ੍ਰੋਗਰਾਮਸ ਹੈ, ਜਿਹੜੇ ਵੱਖ-ਵੱਖ ਅਦਾਰੇ ਹੈਗੇ ਇੰਡੀਆ ਦੇ ਵਿੱਚ। ਮੈਨੂੰ ਵੀ ਤੁਸੀਂ ਕੰਟੈਕਟ, ਮੈਂ ਵੀ ਉਹਨਾਂ ਵਿੱਚੋਂ ਇੱਕ ਅਦਾਰਾ, ਕਿਉਂਕਿ ਮੈਂ ਲੁਧਿਆਣਾ ਤੇ ਮੋਹਾਲੀ ਤੋਂ ਨੈਨੀ ਦੀ ਟ੍ਰੇਨਿੰਗ ਪ੍ਰੋਵਾਈਡ ਕਰਦਾ, ਤੇ ਮੈਨੂੰ ਵੀ ਕੰਟੈਕਟ ਕੀਤਾ ਜਾ ਸਕਦਾ ਆਫ ਦਾ ਮੇਰਾ ਜਿਹੜਾ ਮੈਂ ਤੁਹਾਨੂੰ ਫੋਨ ਨੰਬਰ ਆਪਣੇ ਦੱਸੇ, ਤੇ ਮੈਂ ਤੁਹਾਨੂੰ ਆਪਣਾ ਪ੍ਰਾਈਸ ਦੱਸ ਦਾਂਗਾ, ਮੈਂ ਕਿੰਨੇ ਚਾਰजेस ਕਰਦਾ। ਤੇ ਬਾਕੀ ਇਹ ਕਿ ਇਹਦੇ ਵਿੱਚ ਈਵਨ ਮੈਂ ਇਹ ਵੀ ਦੱਸਣਾ ਚਾਹਾਂਗਾ, ਤੁਹਾਡਾ ਤਾਂ ਮੈਂ ਆਨਸਰ ਕਰ ਦਿੱਤਾ, ਪਰ ਮੈਂ ਐਡ ਆਨ ਕਰਨਾ ਚਾਹ ਰਿਹਾ, ਜੇ ਕਿਸੇ ਨੇ 12ਵੀਂ ਕੀਤੀ ਹੈ ਜੀ, ਬਾਕੀ ਦਾ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਜੀ।
ਜਿਵੇਂ ਕਿਸੇ ਨੇ 12ਵੀਂ ਕੀਤੀ ਹੈ, ਆਪਾਂ ਕਹਿ ਰਹੇ ਹਾਂ ਕਿ ਵੀ ਜਿਹੜੇ ਰੈਸਟ ਆਫ ਕੈਨੇਡਾ ਕਿਊਬਿਕ ਨੂੰ ਛੱਡ ਕੇ ਅਸੀਂ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਉਹਨੇ 12ਵੀਂ ਕੀਤੀ, ਉਹ ਕੈਨੇਡਾ ਪਹੁੰਚ ਨਹੀਂ ਸਕਦਾ ਨੈਨੀ ਕੇਅਰ ਦੇ ਵਾਸਤੇ। ਪਰ ਜੇ ਤੁਹਾਨੂੰ ਕੋਈ ਕਿਊਬਿਕ ਦੇ ਵਿੱਚ, ਉਹ ਕਿਊਬਿਕ ਦੇ ਵਿੱਚ ਇੰਪਲੋਇਰ ਲੱਭ ਲੈਂਦਾ, ਜੈਨੂਨ ਇੰਪਲੋਇਰ ਮਿਲ ਜਾਂਦਾ, ਤੇ ਉੱਥੇ ਅਜੇ ਵੀ LMIA ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਉੱਤੇ 12ਵੀਂ ਪਾਸ ਸਟੂਡੈਂਟ ਜਿਹੜਾ ਇੰਡੀਆ 'ਚ ਬੈਠਾ ਹੈ, ਉਹ ਨੈਨੀ ਬੇਸ ਦੇ ਉੱਤੇ 6 ਮਹੀਨੇ ਦਾ ਕੋਰਸ ਕਰਕੇ ਇੱਥੇ ਕੈਨੇਡਾ ਪਹੁੰਚ ਕੇ ਆਪਣਾ ਉਹਦੇ ਬੇਸ ਤੇ ਪਹੁੰਚਦਾ। ਹਾਂ, ਪ੍ਰੋਵਾਈਡਡ ਹੈ ਜਦੋਂ ਉਹਨੇ ਕੱਲ ਨੂੰ ਇਮੀਗ੍ਰੇਸ਼ਨ ਦੀ ਫਾਈਲ ਆਉਣੀ ਹੈ, ਫਿਰ ਉਹ ਲੋਕਲ ਇੱਥੇ ਬੈਠੇ ਹੋਏ ਉਹਨੇ 1 ਸਾਲ ਦੀ ਉਹਨੂੰ ਪੜ੍ਹਾਈ ਕਰਨੀ ਪਏਗੀ ਕਿਉਂਕਿ ਕੈਨੇਡਾ ਵਿੱਚ 1 ਸਾਲ ਦੀ ਪੜ੍ਹਾਈ ਇਜ਼ ਇਕੁਅਲ ਟੂ 8 ਮੰਥਸ। ਕਿਉਂ 2 ਸਮੈਸਟਰ ਕਰਨੇ ਹੁੰਦੇ ਆ, ਉਹ ਪੋਸਟ ਸੈਕੰਡਰੀ ਹੋ ਜਾਂਦਾ। ਇੱਥੇ ਲੋਕਲ ਬੈਠੇ ਹੋ ਆਪਣੀ ਪੜ੍ਹਾਈ ਕਰਕੇ ਆਪਣੀ ਇਮੀਗ੍ਰੇਸ਼ਨ ਦੀ ਫਾਈਲ ਲਗਾ ਸਕਦਾ। ਸੋ 12ਵੀਂ ਵਾਲੇ ਲੋਕਾਂ ਵਾਸਤੇ ਵੀ ਇਹ ਇੱਕ ਸੋਲਿਊਸ਼ਨ ਹੈ ਜਿਹੜੇ ਲੋਕ ਇੰਡੀਆ ਵਿੱਚ 12ਵਾਂ ਪਾਸ ਹੈ ਔਰ ਉਹ ਆਉਣਾ ਚਾਹੁੰਦੇ ਹੋਣ, ਕਿਉਂਕਿ ਬਹੁਤ ਜ਼ਿਆਦਾ ਮੈਂ ਦੇਖਣ 'ਚ ਆ ਰਿਹਾ ਕਿ ਲੋਕ ਜਿਹੜੇ 12ਵੀਂ ਪਾਸ ਆ ਉਹਨਾਂ ਨੂੰ ਜ਼ਿਆਦਾ ਥੋੜ੍ਹਾ ਜਿਹਾ ਤਕਲੀਫ ਹੋਈ ਹੈ ਕਿਉਂਕਿ ਜਦੋਂ ਦਾ ਇਹ ਪ੍ਰੋਗਰਾਮ ਚੇਂਜ ਹੋਇਆ 12ਵੀਂ ਪਾਸ ਵਾਲੇ ਜ਼ਿਆਦਾ ਲੋਕ ਸੀ। ਹੁਣ ਕਈ ਵਾਰੀ ਮੈਨੂੰ ਇਸ ਤਰ੍ਹਾਂ ਦੇ ਵੀ ਕੇਸ ਮਿਲ ਰਹੇ ਜਿੱਥੇ ਉਹ ਕਹਿੰਦੇ ਜੀ BA ਦਾ ਫਸਟ ਈਅਰ ਲਗਾਇਆ ਜਾਂ BA ਦਾ ਸੈਕੰਡ ਈਅਰ ਲਗਾਇਆ ਕਿ ਉਹ ਕੁਆਲੀਫਾਈ ਕਰ ਰਿਹਾ, ਉਹ ਕੁਆਲੀਫਾਈ ਨਹੀਂ ਕਰ ਰਿਹਾ ਕਿਉਂਕਿ BA ਜੇ ਕਰਨੀ ਹੈ ਤਾਂ ਪੂਰੀ ਕੰਪਲੀਟ ਕਰਕੇ BA ਫਿਰ ਉਹਦੀ ਇਵੈਲੂਏਸ਼ਨ ਕਰਾਉਣੀ ਹੈ। ਸੋ 12 ਜਮਾਤਾਂ ਵਾਲੇ ਵੀ ਪਹੁੰਚ ਸਕਦੇ ਹਨ। ਔਰ ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿਉਂਕਿ 12 ਜਮਾਤਾਂ ਦੀ ਮੈਂ ਗੱਲ ਕੀਤੀ ਕਿਉਂਕਿ ਇਹ ਪ੍ਰੋਗਰਾਮ 18 ਜੂਨ 2019 ਨੂੰ ਚੇਂਜ ਹੋਇਆ। ਉਸ ਤੋਂ ਪਹਿਲਾਂ ਕਈ ਲੋਕ ਆਏ ਹਨ ਇੱਥੇ ਜਿਨ੍ਹਾਂ ਨੇ ਸਿਰਫ 12ਵੀਂ ਕੀਤੀ ਸੀ। ਹੁਣ ਉਹਨਾਂ ਦੇ 2 ਸਾਲ ਤਾਂ ਅੱਜ ਕੱਲ੍ਹ ਪੂਰੇ ਹੋ ਰਹੇ ਹਨ, ਪਰ ਉਹ ਕੇਸ ਇਮੀਗ੍ਰੇਸ਼ਨ ਦਾ ਫੇਰ ਨਹੀਂ ਲਗਾ ਸਕਦੇ ਕਿਉਂਕਿ ਉਹਨਾਂ ਕੋਲ 1 ਸਾਲ ਦੀ ਪੋਸਟ ਸੈਕੰਡਰੀ ਐਜੂਕੇਸ਼ਨ ਨਹੀਂ ਹੈ। ਸੋ ਉਹ ਵਾਲੇ ਲੋਕ ਵੀ ਮੈਨੂੰ ਕੰਟੈਕਟ ਕਰ ਸਕਦੇ ਹਨ। ਮੈਂ ਉਹਨਾਂ ਦਾ ਹੁਣ ਜਿਵੇਂ ਵਰਕ ਪਰਮਿਟ ਉਹਨਾਂ ਦੇ 2 ਸਾਲ ਪੂਰੇ ਹੋ ਗਏ, ਉਸ ਤੋਂ ਬਾਅਦ ਮੈਂ ਉਹਨਾਂ ਨੂੰ 1 ਸਾਲ ਵਾਸਤੇ ਐਜੂਕੇਸ਼ਨ ਲੈ ਦਾਂਗਾ, ਕਾਸਟ ਇਫੈਕਟਿਵ ਐਜੂਕੇਸ਼ਨ, ਸਸਤੀ ਐਜੂਕੇਸ਼ਨ ਲੈ ਦਾਂਗਾ। ਆਪਣਾ 8 ਮਹੀਨੇ ਦੀ ਪੜ੍ਹਾਈ ਕਰਕੇ ਉਹ ਆਪਣਾ ਇਮੀਗ੍ਰੇਸ਼ਨ ਦਾ ਨੈਨੀ ਦੇ ਵਿੱਚ ਆਪਣਾ ਜਿਹੜਾ ਕੇਸ ਆ ਉਹ ਲਗਾ ਸਕਦੇ ਨੇ। ਔਰ ਇਹਦੇ ਨਾਲ ਮੈਂ ਇੱਕ ਗੱਲ ਹੋਰ ਵੀ ਦੱਸਣਾ ਚਾਹੁੰਦਾ, ਜਿਹੜੇ ਲੋਕਾਂ ਨੇ ਇੰਡੀਆ ਤੋਂ ਜਿਵੇਂ 5 ਬੈਂਡ ਲਿੱਤੇ ਔਰ ਕੇਸ ਆਪਣਾ ਅਪਲਾਈ ਕੀਤਾ ਤੇ ਉਹਦੇ ਵਿੱਚ ਜਿਹੜਾ ਉਹ 5 ਬੈਂਡ ਹੈਗੇ ਉਹਦੇ ਉਹ ਇੱਕ ਵਾਰੀ ਹੀ 5 ਬੈਂਡ ਦੇਣੇ, ਜਦੋਂ ਕਿ ਤੁਸੀਂ ਵਰਕ ਪਰਮਿਟ ਤੇ PR ਦੀ ਐਪਲੀਕੇਸ਼ਨ ਲਗਾਉਣੀ ਹੈ ਦੁਬਾਰਾ ਉਹ ਦੇਣ ਦੀ ਲੋੜ ਨਹੀਂ ਕਿਉਂਕਿ ਤੁਹਾਡੀ PR ਵਾਸਤੇ ਆਲਰੇਡੀ ਐਪਲੀਕੇਸ਼ਨ ਚਲੀ ਗਈ ਜਿਹਦੇ 'ਚ 5 ਬੈਂਡ ਦੀ IELTS ਲੱਗ ਕੇ ਤੁਰ ਗਈ। ਮਤਲਬ ਇੱਕ ਵਾਰੀ IELTS ਦੇਣ ਦੀ ਜ਼ਰੂਰਤ ਹੈ ਉਹ ਵੀ ਜਦੋਂ ਤੁਸੀਂ ਆਪਣੀ ਫਾਈਲ ਲਗਾਉਣੀ ਹੈ, ਅਦਰਵਾਈਜ਼ ਬਾਰ-ਬਾਰ ਤੁਹਾਨੂੰ ਪੇਪਰ ਦੇਣ ਦੀ ਜ਼ਰੂਰਤ ਨਹੀਂ ਹੈ। ਇਹ ਕਾਫੀ ਗੁੱਡ ਹੈ ਕਿਉਂਕਿ IELTS ਨੂੰ ਲੈ ਕੇ ਇੱਥੇ ਜ਼ਿਆਦਾ ਰਿਕੁਆਇਰਮੈਂਟਸ ਹੁੰਦੀਆਂ, ਪਰੇਸ਼ਾਨੀ ਬਹੁਤ ਹੁੰਦੀ ਹੈ। ਜੀ ਸ਼ੁਕਰੀਆ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਲਈ, ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ। ਥੈਂਕ ਯੂ ਸੋ ਮਚ ਤੁਹਾਡਾ। ਸੋ ਦੋਸਤੋ, ਇਸ ਸਾਡਾ ਅੱਜ ਦਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਤੁਸੀਂ ਹਰਮਨਜੋਤ ਸੋਢੀ ਜੀ ਨਾਲ ਕੋਈ ਗੱਲ ਕਰਨਾ ਚਾਹੁੰਦੇ ਹੋ, ਆਪਣੇ ਪ੍ਰੋਸੈਸ ਤੇ ਰਿਗਾਰਡਿੰਗ ਕੁਝ ਜਾਣਨਾ ਚਾਹੁੰਦੇ ਹੋ, ਨੈਨੀ ਕੇਅਰ ਦੇ ਬਾਰੇ ਵਿੱਚ ਕੁਝ ਜਾਣਨਾ ਚਾਹੁੰਦੇ ਹੋ, ਨੰਬਰ ਤੁਹਾਨੂੰ ਦੇ ਦਿੱਤੇ ਗਏ ਨੇ, ਸੋ ਇਹਨਾਂ ਨੰਬਰਸ ਤੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।